ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਇਤਿਹਾਸ ਦੀਆਂ ਦੋ ਅਹਿਮ ਘਟਨਾਵਾਂ, ਇੱਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ, ਉਹਨਾਂ ਦਾ ਬਚਪਨ ਦੇ ਵਿੱਚ ਜਨੇਊ ਨੂੰ ਪਹਿਨਣ ਤੋਂ ਇਨਕਾਰ ਕਰਨਾ, ਅਤੇ ਦੂਸਰੀ ਘਟਨਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਖਾਲਸੇ ਦੀ ਸਾਜਨਾ ਕਰਨੀ। ਇਹ ਦੋਨੋਂ ਹੀ ਘਟਨਾਵਾਂ ਐਸੀਆਂ ਹਨ ਜਿਹੜੀਆਂ ਸਿੱਖੀ ਦੇ ਨਿਆਰੇਪਣ ਨੂੰ ਸਾਬਤ ਕਰਦੀਆਂ ਹਨ, ਪਰ ਸਾਡੇ ਆਖੇ ਜਾਂਦੇ ਸਭ ਤੋਂ ਵੱਡੇ ਇਤਿਹਾਸਕ ਸਰੋਤ ਗੁਰਪ੍ਰਤਾਪ ਸੂਰਜ ਗ੍ਰੰਥ, ਜੋ ਕਿ ਕਵੀ ਸੰਤੋਖ ਸਿੰਘ ਦਾ ਲਿਖਿਆ ਹੋਇਆ ਹੈ, ਔਰ ਜਿਸ ਗ੍ਰੰਥ ਦੇ ਨਿਤਾ ਪ੍ਰਤੀ ਕਰੀਬਨ ਸਾਰੇ ਹੀ ਵੱਡੇ ਧਾਰਮਿਕ ਅਸਥਾਨਾਂ ਦੇ ਉੱਤੇ ਸ਼ਾਮ ਦੇ ਵੇਲੇ ਕਥਾ ਕੀਤੀ ਜਾਂਦੀ ਹੈ। ਇਹਨਾਂ ਦੋਨਾਂ ਹੀ ਘਟਨਾਵਾਂ ਨੂੰ ਕਵੀ ਸੰਤੋਖ ਸਿੰਘ ਨੇ ਉਸ ਗ੍ਰੰਥ ਦੇ ਅੰਦਰ ਵਿਗਾੜ ਕੇ ਲਿਖਿਆ ਹੈ। ਜਿੱਥੋਂ ਤੱਕ ਜਨੇਊ ਵਾਲੀ ਘਟਨਾ ਦੀ ਗੱਲ ਕਰੀਏ ਤੇ ਸੰਤੋਖ ਸਿੰਘ ਨੇ ਉੱਥੇ ਲਿਖ ਦਿੱਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗਲ ਦੇ ਵਿੱਚ ਜਨੇਊ ਪਹਿਨਾ ਦਿੱਤਾ ਗਿਆ ਸੀ। ਬਲਕਿ ਸੰਤੋਖ ਸਿੰਘ ਮੁਤਾਬਕ ਤੇ ਜਿਸ ਵੇਲੇ ਗੁਰੂ ਸਾਹਿਬ ਜੀ ਆਪਣੇ ਪ੍ਰਚਾਰਕ ਦੌਰਿਆਂ ਤੇ ਨਿਕਲੇ ਸਨ, ਭਾਈ ਲਾਲੂ ਜੀ ਦੇ ਗ੍ਰਹਿ ਵਿਖੇ ਗਏ ਸਨ, ਉਸ ਸਮੇਂ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗਲੇ ਦੇ ਵਿੱਚ ਜਨੇਊ ਪਹਿਨਿਆ ਹੋਇਆ ਸੀ। ਔਰ ਦੂਸਰੀ ਘਟਨਾ ਜੋ ਖਾਲਸਾ ਸਾਜਣ ਦੀ ਹੈ, ਉਸ ਨੂੰ ਤੇ ਬਹੁਤ ਹੀ ਜ਼ਿਆਦਾ ਵਿਗਾੜ ਕੇ ਕਵੀ ਸੰਤੋਖ ਸਿੰਘ ਨੇ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਜਿਵੇਂ ਮੈਂ ਆਖਿਆ ਹੈ ਕਿ ਖਾਲਸਾ ਸਾਜਣ ਦੀ ਇਹ ਘਟਨਾ ਤੇ ਐਸੀ ਹੈ ਜਿਹੜੀ ਸਿੱਖੀ ਦੇ ਨਿਆਰੇਪਣ ਨੂੰ ਸਾਬਤ ਕਰਦੀ ਹੈ, ਪਰ ਜਿਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਨੇ ਇਸ ਘਟਨਾ ਨੂੰ ਵਿਸਥਾਰ ਦੇ ਵਿੱਚ ਬਿਆਨ ਕੀਤਾ ਹੈ, ਉਸ ਨੂੰ ਪੜ੍ਹਨ ਤੋਂ ਬਾਅਦ ਤੇ ਇਹੀ ਜਾਪਦਾ ਹੈ ਕਿ ਸਿੱਖ ਕੌਮ ਬਿਲਕੁਲ ਹਿੰਦੂ ਧਰਮ ਦਾ ਹੀ ਇੱਕ ਹਿੱਸਾ ਹੈ, ਔਰ ਹਿੰਦੂ ਧਰਮ ਦੀਆਂ ਮਨੌਤਾਂ ਅਨੁਸਾਰ ਹੀ ਇਸ ਸਿੱਖ ਧਰਮ ਨੂੰ, ਖਾਲਸਾ ਪੰਥ ਨੂੰ ਸਾਜਿਆ ਗਿਆ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਉਹ ਪ੍ਰਸੰਗ ਸੰਖੇਪ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ, ਜਿਸ ਵਿੱਚ ਸੰਤੋਖ ਸਿੰਘ ਨੇ ਇਹ ਦਰਸਾਇਆ ਹੈ ਕਿ ਕਿਸ ਤਰੀਕੇ ਦੇ ਨਾਲ ਖਾਲਸੇ ਦੀ ਸਾਜਨਾ ਕਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦੇਵੀ ਨੂੰ ਪ੍ਰਗਟ ਕੀਤਾ, ਔਰ ਦੇਵੀ ਤੋਂ ਵਰ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਖਾਲਸੇ ਦੀ ਸਾਜਨਾ ਕੀਤੀ। ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਇਹ ਪ੍ਰਸੰਗ ਜਿਹੜਾ ਹੈ ਬਹੁਤ ਹੀ ਜ਼ਿਆਦਾ ਵਿਸਥਾਰ ਦੇ ਵਿੱਚ ਬਿਆਨ ਕੀਤਾ ਗਿਆ ਹੈ। ਤਕਰੀਬਨ ਘੱਟੋ ਘੱਟ 9 ਚੈਪਟਰ ਐਸੇ ਹਨ ਜਿਨ੍ਹਾਂ ਦੇ ਵਿੱਚ ਇਸ ਪ੍ਰਸੰਗ ਨੂੰ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਦੀ ਤੀਸਰੀ ਰੁੱਤ ਦੇ ਤੀਸਰੇ ਅਧਿਆਏ ਤੋਂ ਇਹ ਕਥਾ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ। ਉਸ ਤੀਸਰੇ ਅਧਿਆਏ ਦੇ ਵਿੱਚ ਕਵੀ ਸੰਤੋਖ ਸਿੰਘ ਇਹ ਲਿਖਦਾ ਹੈ ਕਿ ਸਿੱਖ ਜਿਹੜੇ ਦੂਰੋਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਸਨ, ਰਸਤੇ ਦੇ ਵਿੱਚ ਕੁਝ ਤੁਰਕ ਔਰ ਕੁਝ ਹਿੰਦੂ ਲੋਕ ਜਿਹੜੇ ਨੇ ਉਹ ਗੁਰੂ ਕੇ ਸਿੱਖਾਂ ਨੂੰ ਤੰਗ ਕਰਦੇ ਸਨ, ਉਹਨਾਂ ਦੇ ਕੋਲੋਂ ਭੇਟਾਵਾਂ ਆਦਿਕ ਲੁੱਟ ਲੈਂਦੇ ਸਨ। ਉਹ ਆਣ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਪਣੀ ਪੀੜਾ, ਆਪਣਾ ਦੁੱਖ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਬਿਆਨ ਕਰਦੇ, ਤੋਂ ਬਾਰ-ਬਾਰ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਤੋਂ ਬਾਅਦ ਸੰਤੋਖ ਸਿੰਘ ਕਹਿੰਦਾ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਹ ਫੈਸਲਾ ਕੀਤਾ ਕਿ ਮੈਂ ਦੇਵੀ ਨੂੰ ਪ੍ਰਗਟ ਕਰਾਂਗਾ। ਤੁਸੀਂ ਸਕਰੀਨ ਦੇ ਉੱਪਰ ਉਹ ਪੰਕਤੀਆਂ ਦੇਖ ਸਕਦੇ ਹੋ। ਪਹਿਲਾਂ ਤੇ ਇਹ ਜਿੱਥੋਂ ਸ਼ੁਰੂ ਹੁੰਦਾ ਹੈ ਤੁਸੀਂ ਦੇਖਦੇ ਹੋ
ਸਿਰਲੇਖ ਹੈ ਕਿ ਹਿੰਦੂ ਤੁਰਕਾਂ ਦਾ ਸੰਗਤਾਂ ਨੂੰ ਮਖੌਲ ਤੇ ਤੰਗ ਕਰਨਾ। ਰੁੱਤ ਤੀਸਰੀ ਹੈ ਅਤੇ ਤੀਸਰਾ ਹੀ ਅਧਿਆਇ ਹੈ। ਇਸ ਅਧਿਆਇ ਦੇ 53ਵੇਂ ਅੰਕ ਦੇ ਉੱਪਰ ਜਿਸ ਵੇਲੇ ਤੁਸੀਂ ਪਹੁੰਚਦੇ ਹੋ ਤੇ ਉੱਥੇ ਇਹ ਬੋਲ ਲਿਖੇ ਆਉਂਦੇ ਹਨ ਕਿ ਦੁਰਗਾ ਜਿਨ ਕੇ ਭਈ ਸਹਾਏ, ਰਣ ਤੇ ਵਿਜੈ ਲਈ ਤਿਨ ਪਾਏ, ਹਮਰੇ ਮਾਤ ਪਿਤਾ ਇਹ ਦੋ, ਪੁਰਖ ਅਕਾਲ ਚੰਡਕਾ ਜੋ। ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਹ ਵਿਚਾਰਦੇ ਹਨ ਕਿ ਦੁਰਗਾ ਜਿਨ੍ਹਾਂ ਦੀ ਸਹਾਇਤਾ ਕਰਦੀ ਹੈ ਉਹਨਾਂ ਨੂੰ ਰਣ ਭੂਮੀ ਦੇ ਵਿੱਚ ਜਿੱਤ ਪ੍ਰਾਪਤ ਹੋ ਜਾਂਦੀ ਹੈ। ਤੇ ਮੇਰੇ ਤੇ ਦੋਨੋਂ ਮਾਤਾ ਪਿਤਾ ਨੇ। ਕੌਣ ਕੌਣ? ਹਮਰੇ ਮਾਤ ਪਿਤਾ ਇਹ ਦੋ, ਪੁਰਖ ਅਕਾਲ ਚੰਡਕਾ ਜੋ। ਅਕਾਲ ਪੁਰਖ ਔਰ ਚੰਡੀ ਮਾਤਾ, ਇਹ ਦੋਨੋਂ ਜਿਹੜੇ ਹਨ ਇਹ ਮੇਰੇ ਮਾਤਾ ਪਿਤਾ ਹਨ। ਇਨਕੀ ਹਮੋ ਉਪਾਸ਼ਨ ਭਾਵੈ, ਅਪਰਨ ਤੇ ਕਿਆ ਕਰਮੈ ਪਾਵੈ, ਕਰਾ ਮਾਤ ਜੇ ਜਗ ਬਿਤਾਵੋ, ਇੱਕ ਦਿਨ ਗਨ ਤੁਰਕਨ ਬਿਨ ਸਾਵੋ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੈਨੂੰ ਇਹਨਾਂ ਦੀ ਅਕਾਲ ਪੁਰਖ ਦੀ ਔਰ ਦੂਸਰਾ ਚੰਡੀ ਦੀ, ਇਹਨਾਂ ਦੀ ਉਪਾਸ਼ਨਾ ਕਰਨੀ, ਇਹਨਾਂ ਦੀ ਪੂਜਾ ਕਰਨੀ ਜਿਹੜੀ ਹੈ ਉਹ ਮੈਨੂੰ ਚੰਗੀ ਲੱਗਦੀ ਹੈ। ਇਹਨਾਂ ਤੋਂ ਬਗੈਰ ਕਿਸੇ ਹੋਰ ਦੀ ਪੂਜਾ ਮੈਂ ਨਹੀਂ ਕਰਦਾ। ਫਿਰ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਅਗਾਂਹ ਜਾਂਦੇ ਹੋ 58ਵੇਂ ਅੰਕ ਦੇ ਉੱਥੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਆਪਣੇ ਸਿੱਖਾਂ ਨੂੰ ਇਹ ਗੱਲ ਬੋਲ ਕੇ ਦੱਸਦੇ ਹਨ ਵੀ ਤੁਮਰੇ ਹਿਤ ਜਗ ਮਾਤ ਮਨਾਵੋ, ਪੂਜ ਮਹਾਕਲ ਮਹਿ ਬਿਦਤਾਵੋ। ਤੁਹਾਡੇ ਵਾਸਤੇ, ਤੁਹਾਡੀ ਰੱਖਿਆ ਵਾਸਤੇ, ਤੁਹਾਡੀ ਸਹਾਇਤਾ ਵਾਸਤੇ ਹੁਣ ਮੈਂ ਜਿਹੜੀ ਜਗ ਮਾਤਾ ਹੈ, ਜਿਹੜੀ ਦੁਰਗਾ ਹੈ, ਜਿਹੜੀ ਚੰਡੀ ਮਾਤਾ ਹੈ, ਮੈਂ ਉਸ ਨੂੰ ਮਨਾਵਾਂਗਾ ਔਰ ਕਲਯੁਗ ਦੇ ਸਮੇਂ ਦੇ ਅੰਦਰ ਉਸ ਦੀ ਪੂਜਾ ਕਰਕੇ ਮੈਂ ਉਸ ਨੂੰ ਪ੍ਰਗਟ ਕਰਾਂਗਾ। ਉਹਦੀ ਸਹਾਇਤਾ ਦੇ ਨਾਲ ਫਿਰ ਆਪਾਂ ਜਿਹੜੇ ਵੈਰੀ ਹਨ ਉਹਨਾਂ ਦਾ ਖਾਤਮਾ ਕਰ ਦਿਆਂਗੇ। ਇਹ ਤੀਸਰੀ ਰੁੱਤ ਦਾ ਤੀਸਰਾ ਅਧਿਆਇ ਹੈ ਜਿੱਥੋਂ ਇਸ ਦੇਵੀ ਨੂੰ ਪ੍ਰਗਟ ਕਰਨ ਵਾਲੇ ਸਾਰੇ ਪ੍ਰਸੰਗ ਦਾ ਮੁੱਢ ਵੱਜਦਾ ਹੈ। ਇਸ ਤੋਂ ਅਗਾਂਹ ਚੱਲੀਏ ਤੇ ਚੌਥਾ ਅਧਿਆਇ ਸ਼ੁਰੂ ਹੁੰਦਾ ਹੈ ਜਿਸ ਦਾ ਸਿਰਲੇਖ ਹੈ ਕਿ ਕੇਸ਼ਵ ਦਾਸ ਦਾ ਮਿਲਣਾ। ਔਰ ਇਸ ਅਧਿਆਇ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਚੱਲਦਾ ਹੈ ਕਿ ਇੱਥੇ ਆਨੰਦਪੁਰ ਦੇ ਅੰਦਰ ਬਾਗ ਦੇ ਵਿੱਚ ਇੱਕ ਕੇਸ਼ਵ ਦਾਸ ਨਾਮੀ ਬ੍ਰਾਹਮਣ ਜਿਹੜਾ ਹੈ ਉਹ ਆਣ ਕੇ ਠਹਿਰਿਆ ਹੋਇਆ ਹੈ। ਤੇ ਕੇਸ਼ਵ ਦਾਸ ਇਹ ਬ੍ਰਾਹਮਣ ਜਿਹੜਾ ਹੈ ਇਹ ਚੰਡੀ ਦਾ ਬਹੁਤ ਵੱਡਾ ਭਗਤ ਹੈ। ਤੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਫੈਸਲਾ ਕਰਦੇ ਹਨ ਇਸ ਕੇਸ਼ਵ ਦਾਸ ਬ੍ਰਾਹਮਣ ਨੂੰ ਆਪਣੇ ਪਾਸ ਬੁਲਾ ਕੇ ਇਹਦੀ ਸਹਾਇਤਾ ਲੈਣ ਦਾ, ਇਹਦੀ ਮਦਦ ਲੈਣ ਦਾ, ਤਾਂ ਜੋ ਇਸ ਦੀ ਮਦਦ ਦੇ ਨਾਲ, ਇਸ ਦੀ ਦਿੱਤੀ ਹੋਈ ਸਹਾਇਤਾ ਦੇ ਨਾਲ, ਇਸ ਦੀ ਦੱਸੀ ਹੋਈ ਵਿਧੀ ਦੇ ਨਾਲ ਚੰਡੀ ਦੀ ਦੁਰਗਾ ਦੀ ਪੂਜਾ ਕਰਕੇ ਦੁਰਗਾ ਨੂੰ ਪ੍ਰਗਟ ਕੀਤਾ ਜਾਵੇ। ਸੋ ਇਸ ਅਧਿਆਏ ਦੇ ਜਿਸ ਵੇਲੇ ਤੁਸੀਂ 29ਵੇਂ ਪਦੇ ਦੇ ਉੱਪਰ ਪਹੁੰਚਦੇ ਹੋ ਉੱਥੇ ਇਹ ਸ਼ਬਦ ਲਿਖੇ ਮਿਲਦੇ ਹਨ ਕਿ ਤਬ ਦਇਆ ਰਾਮ ਕੋ ਢਿਗ ਬੁਲਾਏ, ਦਿਜ ਲਿਆਓ ਜਾਓ ਨੇ ਬਿਲ ਮਲਾਏ, ਸੁਨ ਹੁਕਮ ਗਇਓ ਅਸਵਾਰ ਹੋਏ, ਤਿਸ ਨਿਕਟ ਜਾਏ ਕਹਿ ਬਾਕ ਸੋਏ। ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਦਇਆ ਰਾਮ ਨੂੰ ਆਖਿਆ ਕਿ ਜਾਓ ਬ੍ਰਾਹਮਣ ਦੇ ਪਾਸ ਜਾ ਕੇ ਉਸ ਨੂੰ ਬੁਲਾ ਕੇ ਸਾਡੇ ਕੋਲ ਲੈ ਕੇ ਆਓ। ਸੋ ਸਤਿਗੁਰਾਂ ਦਾ ਹੁਕਮ ਸੁਣ ਕੇ ਭਾਈ ਦਇਆ ਰਾਮ ਜੀ ਘੋੜੇ ਤੇ ਸਵਾਰ ਹੋ ਕੇ ਜਾਂਦੇ ਹਨ ਅਤੇ ਉਸ ਪੰਡਤ ਕੇਸ਼ਵ ਦਾਸ ਨੂੰ ਬੁਲਾ ਕੇ ਸਤਿਗੁਰਾਂ ਦੇ ਪਾਸ ਲੈ ਕੇ ਆਉਂਦੇ ਹਨ। ਔਰ ਗੁਰੂ ਕਲਗੀਧਰ ਪਾਤਸ਼ਾਹ ਉਸ ਪੰਡਤ ਕੇਸ਼ਵ ਦਾਸ ਦੇ ਨਾਲ ਗੱਲਬਾਤ ਕਰਦੇ ਹਨ ਔਰ ਉਹਦੇ ਅੱਗੇ ਜੋ ਆਪਣੀ ਇੱਛਾ ਹੈ ਉਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਜ਼ਾਹਰ ਕਰਦੇ ਹਨ। ਇਸ ਤੋਂ ਅਗਾਂਹ ਜਦੋਂ 5ਵੇਂ ਅਧਿਆਏ ਦੇ ਵਿੱਚ ਆਪਾਂ ਅੱਪੜਦੇ ਹਾਂ ਤੇ ਉਸ ਦਾ ਸਿਰਲੇਖ ਹੈ ਸਮੱਗਰੀ ਮੰਗਵਾਉਣੀ। ਸੋ ਇਸ ਅਧਿਆਏ ਦੇ ਵਿੱਚ ਪੰਡਤ ਕੇਸ਼ਵ ਦਾਸ ਜਿਹੜਾ ਹੈ ਉਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਦੇਵੀ ਪ੍ਰਗਟ ਕਰਨ ਵਾਸਤੇ ਜਿਹੜਾ ਹਵਨ ਕਰਨਾ ਹੈ ਉਸ ਹਵਨ ਦੇ ਵਿੱਚ ਜਿਹੜੀ ਸਮੱਗਰੀ ਚਾਹੀਦੀ ਹੈ ਉਹ ਸਮੱਗਰੀ ਦੀ ਲਿਸਟ ਜਿਹੜੀ ਹੈ ਉਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਲਿਖਵਾਉਂਦਾ ਹੈ। ਉਹਦੇ ਵਿੱਚ ਸਤਿਗੁਰਾਂ ਨੂੰ ਕਹਿੰਦਾ ਹੈ, ਤੁਸੀਂ ਦੇਖ ਸਕਦੇ ਹੋ ਦੂਸਰੇ ਪਦੇ ਦੇ ਵਿੱਚ,
ਵੀ ਪ੍ਰਥਮੈ ਘਣੋ ਦਰਬ ਹੀ ਚਹੀਐ, ਜਿਸ ਤੇ ਸਭ ਕਾਰਜ ਨਿਰਬਹੀਐ। ਲਾਖ ਆਹੂਬੀ ਦੈਬੇ ਹੇਤ, ਮੋੜ ਸਮਗਰੀ ਲੈ ਧਨ ਦੇਤ। ਲਾਖੋਂ ਕੀ ਗਿਣਤੀ ਤਬ ਹੋਏ, ਸਦੇ ਹਜ਼ਾਰਨ ਤੇ ਨਹਿ ਸੋਏ। ਸਤਿਗੁਰਾਂ ਨੂੰ ਕਹਿੰਦਾ ਕਿ ਪਹਿਲੀ ਗੱਲ ਤੇ ਇਹ ਕਿ ਜੇ ਦੇਵੀ ਨੂੰ ਪ੍ਰਗਟ ਕਰਨਾ ਹੈ ਤੇ ਉਹਦੇ ਵਾਸਤੇ ਬਹੁਤ ਜ਼ਿਆਦਾ ਧਨ ਦੀ ਆਪ ਜੀ ਨੂੰ ਜ਼ਰੂਰਤ ਪਵੇਗੀ। ਲੱਖਾਂ ਰੁਪਈਆਂ ਦਾ ਖਰਚਾ ਹੋ ਸਕਦਾ ਹੈ ਉਹ ਸਮੱਗਰੀ ਮੰਗਵਾਉਣ ਵਾਸਤੇ, ਜਿਸ ਸਮੱਗਰੀ ਦਾ ਹਵਨ ਕਰਨਾ ਹੈ, ਜਿਸ ਸਮੱਗਰੀ ਦੀ ਆਹੂਤੀ ਦੇਣੀ ਹੈ। ਔਰ ਕਹਿੰਦਾ ਸਤਿਗੁਰਾਂ ਨੂੰ ਪਾਤਸ਼ਾਹ, ਸਦਾ ਹਜ਼ਾਰਨ ਤੇ ਨਹਿ ਸੋਏ। ਇਹ ਕੰਮ ਇਤਨਾ ਮਹਾਨ ਹੈ ਕਿ ਜੇਕਰ ਤੁਸੀਂ ਆਖੋ ਕਿ ਹਜ਼ਾਰਾਂ ਰੁਪਈਏ ਖਰਚ ਕਰਕੇ ਇਹ ਕੰਮ ਸਿਰੇ ਚੜ੍ਹ ਜਾਏ ਤਾਂ ਹਜ਼ਾਰਾਂ ਰੁਪਈਏ ਖਰਚ ਕਰਨ ਦੇ ਨਾਲ ਇਹ ਕੰਮ ਸਿਰੇ ਨਹੀਂ ਚੜ੍ਹ ਸਕਦਾ। ਇਸ ਕੰਮ ਨੂੰ ਸਿਰੇ ਚੜਾਉਣ ਵਾਸਤੇ ਹਜ਼ਾਰਾਂ ਨਹੀਂ ਬਲਕਿ ਲੱਖਾਂ ਰੁਪਈਆਂ ਦਾ ਧਨ ਜਿਹੜਾ ਹੈ ਉਸ ਦੀ ਜ਼ਰੂਰਤ ਪਵੇਗੀ। ਔਰ ਦੂਸਰੀ ਗੱਲ ਸਤਿਗੁਰਾਂ ਨੂੰ ਇਹ ਆਖਦਾ ਹੈ ਕਿ ਪੁੰਨ ਛਤਰੀ ਸੁਧ ਸਭ ਵਿਦ ਜਾਨੋ, ਨਿਰਭੈ ਆਦ ਗੁਣ ਮੈਂ ਜਿਸ ਮਾਨੋ। ਜਿਸ ਨੇ ਇਹ ਹਵਨ ਕਰਨਾ ਹੈ ਉਹ ਛਤਰੀ ਕੁਲ ਦਾ ਹੋਵੇ ਔਰ ਉਹ ਨਿਰਭਉ ਹੋਵੇ, ਉਹ ਨਿਡਰ ਹੋਵੇ। ਉਹਦੇ ਜੀਵਨ ਦੇ ਅੰਦਰ ਕਿਸੇ ਕਿਸਮ ਦਾ ਕੋਈ ਭੈ, ਕਿਸੇ ਕਿਸਮ ਦਾ ਕੋਈ ਖੌਫ, ਕੋਈ ਡਰ ਆਦਿਕ ਬਿਲਕੁਲ ਨਾ ਹੋਵੇ। ਫਿਰ ਜਬ ਤੇ ਹਮਨ ਕਰਨ ਲੱਗ ਪਰੈ, ਤਬ ਤੇ ਨੇਮ ਬਿਖਮ ਸਭ ਤਰੈ। ਬ੍ਰਹਮਚਰਜ ਤੇ ਆਦਿਕ ਜੇਈ, ਮਨ ਦ੍ਰਿੜ ਰਾਖ ਨਾ ਡੋਲਣ ਦੇਈ। ਫਿਰ ਹੋਰ ਕਹਿੰਦਾ ਕਿ ਜਿਸ ਨੇ ਉਹ ਹਵਨ ਕਰਨਾ ਹੋਵੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਜਿਸ ਦਿਨ ਤੋਂ ਇਹ ਨੇਮ ਆਰੰਭ ਕਰਨਾ ਹੈ, ਜਿਸ ਦਿਨ ਤੋਂ ਇਹ ਹਵਨ ਆਰੰਭ ਕਰਨਾ ਹੈ, ਉਸ ਦਿਨ ਤੋਂ ਬਾਅਦ ਉਸ ਨੂੰ ਜਿਤਨੀ ਦੇਰ ਤੱਕ ਇਹ ਹਵਨ ਪੂਰਾ ਨਹੀਂ ਹੋ ਜਾਂਦਾ ਉਤਨੀ ਦੇਰ ਤੱਕ ਉਸ ਨੂੰ ਬ੍ਰਹਮਚਰਜ ਨੂੰ ਧਾਰਨ ਕਰਨਾ ਪਵੇਗਾ। ਭਾਵ ਉਹ ਆਪਣੇ ਗ੍ਰਸਤੀ ਜੀਵਨ ਦਾ ਤਿਆਗ ਕਰੇਗਾ, ਆਪਣੇ ਪਰਿਵਾਰ ਦਾ ਜਿਹੜਾ ਹੈ ਉਹ ਤਿਆਗ ਕਰੇਗਾ। ਫਿਰ ਇਸੇ ਹੀ ਅਧਿਆਏ ਦੇ 34ਵੇਂ ਪਦੇ ਤੇ ਜਦੋਂ ਤੁਸੀਂ ਪਹੁੰਚਦੇ ਹੋ ਤੇ ਉੱਥੇ ਸ਼ਬਦ ਲਿਖੇ ਹੋਏ ਮਿਲਦੇ ਨੇ ਕਿ ਦਿਜ ਜੂ ਸੌਜ ਲਿਖਾਵੁ ਸਾਰੀ, ਹਮਨ ਕਰਨ ਕੇ ਆਹੁਤ ਵਾਰੀ। ਗੁਰੂ ਕਲਗੀਧਰ ਪਾਤਸ਼ਾਹ ਇਸ ਬ੍ਰਾਹਮਣ ਨੂੰ ਆਖਦੇ ਹਨ ਕਿ ਤੁਸੀਂ ਸਮਗਰੀ ਲਿਖਵਾਓ। ਬਾਂਸ਼ਤ ਜਿਤਕ ਤਾਹੀ ਤੇ ਦੂਣੀ, ਕਿਛੂ ਵਸਤੇ ਹੋਏ ਨਾ ਹੋਣੀ। ਕਿਤਨੀ ਤਾਂਗ ਹੈ ਕਵੀ ਸੰਤੋਖ ਸਿੰਘ ਮੁਤਾਬਕ ਗੁਰੂ ਸਾਹਿਬ ਜੀ ਦੇ ਮਨ ਦੇ ਅੰਦਰ ਹਵਨ ਕਰਕੇ ਦੇਵੀ ਨੂੰ ਪ੍ਰਗਟ ਕਰਨ ਦੀ ਕਿ ਪੰਡਿਤ ਨੂੰ ਆਖਦੇ ਨੇ ਕਿਸੇ ਵਸਤੂ ਦੀ ਕਮੀ ਨਹੀਂ ਹੋਣੀ ਚਾਹੀਦੀ। ਜਿਤਨੀ ਸਮਗਰੀ ਤੁਸੀਂ ਸੋਚਦੇ ਹੋ ਤੁਸੀਂ ਉਹਦੇ ਨਾਲੋਂ ਬੇਸ਼ੱਕ ਦੁੱਗਣੀ ਸਮਗਰੀ ਜਿਹੜੀ ਹੈ ਉਹ ਮੈਨੂੰ ਲਿਖਵਾ ਦਿਓ। ਕਿਸੇ ਕਿਸਮ ਦਾ ਸਰਫਾ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ। ਤੋ ਕੇਸ਼ੋ ਦਾਸ ਵਿਚਾਰੀ ਤਬੈ, ਜਿਤਕ ਪ੍ਰਮਾਣ ਆਹੂਤੀ ਸਭੈ। ਤਿਸ ਅਨੁਸਾਰ ਕ੍ਰਿਤ ਜਾਮ ਤਿਲੈ, ਤੰਦੁਲ ਮੇਵਾ ਖੰਡ ਸੁ ਮਿਲੈ। ਪਿਸਤਾ ਗਰੀ ਬਦਾਮ ਸੁਪਾਰੀ, ਖਾਰਕ ਖੋਪਾ ਦਾਖ ਸੁਧਾਰੀ। ਸੋ ਪੰਡਤ ਕੇਸ਼ਵ ਦਾਸ ਨੇ ਆਪਣੇ ਅੰਦਾਜ਼ੇ ਮੁਤਾਬਕ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਉਹ ਸਾਰੀ ਸਮਗਰੀ ਲਿਖਵਾਈ ਹੈ, ਜਿਹਦੇ ਵਿੱਚ ਘਿਓ ਹੈ, ਜਿਹਦੇ ਵਿੱਚ ਜੌਂ ਨੇ, ਤਿਲ ਨੇ, ਗਿਰੀਆਂ ਨੇ, ਬਦਾਮ ਨੇ, ਸੁਪਾਰੀ ਹੈ, ਖੋਪੇ ਆ, ਦਾਖਾਂ ਆ, ਧੂਫਾਂ ਆ, ਹੋਰ ਗੁਲਾਬ ਦੀਆਂ ਸ਼ੀਸ਼ੀਆਂ ਹਨ, ਹੋਰ ਜਿਤਨੀ ਵੀ ਲੋੜੀਂਦੀ ਸਮਗਰੀ ਸੀ ਹਵਨ ਕਰਨ ਵਾਸਤੇ ਉਹ ਸਾਰੀ ਦੀ ਸਾਰੀ ਸਮਗਰੀ ਜਿਹੜੀ ਹੈ ਇਸ ਪੰਡਤ ਕੇਸ਼ਵ ਦਾਸ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਲਿਖਵਾਈ ਹੈ। ਇਸ ਤੋਂ ਬਾਅਦ ਜਦੋਂ ਇਸ ਤੋਂ ਅਗਲੇ ਅਧਿਆਏ ਦੇ ਵਿੱਚ ਤੁਸੀਂ ਪੜ੍ਹਦੇ ਹੋ 6ਵੇਂ ਅਧਿਆਏ ਦੇ ਵਿੱਚ, ਤੇ 6ਵੇਂ ਅਧਿਆਏ ਦੇ ਵਿੱਚ ਦਾ ਸਿਰਲੇਖ ਹੈ ਨੈਣੇ ਦਾ ਟਿੱਲਾ। ਇਸ ਅਧਿਆਏ ਦੇ ਵਿੱਚ ਉਸ ਜਗ੍ਹਾ ਦੀ ਚੋਣ ਕੀਤੀ ਜਾਂਦੀ ਹੈ ਜਿਸ ਜਗ੍ਹਾ ਦੇ ਉੱਤੇ ਇਹ ਹਵਨ ਜਿਹੜਾ ਹੈ ਉਹ ਕੀਤਾ ਜਾਣਾ ਹੈ। ਪਰ ਇਹਦੇ ਨਾਲ ਜਦੋਂ ਇਹਦੇ ਤੁਸੀਂ 5ਵੇਂ ਪਦੇ ਦੇ ਉੱਤੇ ਪਹੁੰਚਦੇ ਹੋ ਤੇ ਉੱਥੇ ਸੰਤੋਖ ਸਿੰਘ ਨੇ ਲਿਖਿਆ ਵੀ ਕੇਸ਼ਵ ਕਹਿਓ ਵਿਧਾਨ ਕਰੈ ਹੋ, ਲਾਖ ਦਰਬ ਕੀ ਦਸ਼ਨਾ ਲੈ ਹੋ। ਉਹਨਾਂ ਸਮਿਆਂ ਦੇ ਵਿੱਚ ਇਹ ਪੰਡਤ ਕੇਸ਼ਵ ਦਾਸ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦਾ ਕਿ ਮੈਂ ਸਾਰਾ ਹਵਨ ਵਿਧੀ ਅਨੁਸਾਰ ਪੂਰਾ ਕਰਵਾਵਾਂਗਾ, ਭਾਵ ਦੇਵੀ ਨੂੰ ਪ੍ਰਗਟ ਕਰਾਵਾਂਗਾ। ਪਰ ਇਸ ਸਾਰੇ ਹਵਨ ਨੂੰ ਕਰਨ ਵਾਸਤੇ ਜਿਹੜੀ ਮੇਰੀ ਭੇਟਾ ਹੈ, ਜਿਹੜੀ ਮੇਰੀ ਦਸ਼ਨਾ ਹੈ ਉਹ 1 ਲੱਖ ਰੁਪਈਆ ਹੋਵੇਗੀ। 1 ਲੱਖ ਰੁਪਈਆ ਦਸ਼ਨਾ ਦਾ ਮੈਂ ਲਵਾਂਗਾ।
ਤੇ ਜਿਸ ਤਰੀਕੇ ਦੇ ਨਾਲ ਧਾਰਮਿਕ ਗ੍ਰੰਥਾਂ ਦੇ ਅੰਦਰ ਹਵਨ ਕਰਨ ਦੀ ਸਾਰੀ ਵਿਧੀ ਜਿਹੜੀ ਹੈ ਉਹ ਦੱਸੀ ਹੋਈ ਹੈ, ਉਸੇ ਵਿਧੀ ਅਨੁਸਾਰ ਮੈਂ ਆਪ ਜੀ ਦੇ ਕੋਲੋਂ ਇਹ ਹਵਨ ਜਿਹੜਾ ਹੈ ਕਰਵਾਵਾਂਗਾ। ਤੇ ਸੰਤੋਖ ਸਿੰਘ ਕਹਿੰਦਾ ਹੈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਹਦੇ ਨਾਲ ਵੀ ਸਹਿਮਤ ਹੁੰਦੇ ਨੇ ਕਿ ਤੈਨੂੰ ਲੱਖ ਰੁਪਈਆ ਕਿ ਉਹਦੇ ਨਾਲੋਂ ਵੀ ਵਧੇਕ ਦਕਸ਼ਣਾ ਜਿਹੜੀ ਹੈ ਉਹ ਅਸੀਂ ਦੇਵਾਂਗੇ, ਪਰ ਦੇਵੀ ਜਿਹੜੀ ਹੈ ਉਹ ਹਰ ਹਾਲਤ ਦੇ ਵਿੱਚ ਪ੍ਰਗਟ ਹੋਣੀ ਚਾਹੀਦੀ ਹੈ। ਸੋ ਜਦੋਂ ਇਸੇ ਅਧਿਆਏ ਦੇ 15ਵੇਂ ਪਦੇ ਦੇ ਉੱਤੇ ਆਪਾਂ ਪੜ੍ਹਦੇ ਹਾਂ ਤੇ ਉੱਥੇ ਸ਼ਬਦ ਲਿਖੇ ਹਨ ਕਿ ਇਮ ਕਹਿ ਪੱਤਰਾ ਵਿਪਰ ਨਿਕਾਰਾ, ਭਲੋ ਮਹੂਰਤ ਹੇਰ ਵਿਚਾਰਾ, ਮਾਸ ਮਾਧਵਾ ਪੂਰਨਮਾਸ਼ੀ, ਪੁਖ ਨਿਸ਼ਤਰ ਨੰਦਾ ਤਿਥ ਪਾਸੀ, ਹੈ ਗੁਰਵਾਰ ਗੁਰੂ ਸਮਝਾਨੋ, ਪ੍ਰਥਮ ਆਰੰਭ ਤਿਸੀ ਦਿਨ ਠਾਨੋ, ਰਹੇ ਕਿਤਕ ਦਿਨ ਕੀਜੈ ਤਿਆਰੀ, ਥਲ ਇਕਾਂਤ ਕੋ ਲਿਹੁ ਵਿਚਾਰੀ। ਕਿ ਪੰਡਤ ਨੇ ਪੱਤਰੀ ਖੋਲ ਕੇ ਮਹੂਰਤ ਸੋਧਿਆ ਔਰ ਮਹੂਰਤ ਸੋਧ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਦੱਸਿਆ ਕਿ ਵੈਸਾਖ ਮਹੀਨੇ ਦੀ ਪੂਰਨਮਾਸ਼ੀ ਵਾਲਾ ਦਿਨ, ਉਸ ਦਿਨ ਐਤਵਾਰ ਹੈ ਔਰ ਉਸ ਦਿਨ ਹੀ ਆਪਾਂ ਇਹ ਹਵਨ ਜਿਹੜਾ ਹੈ ਆਰੰਭ ਕਰਨਾ ਹੈ। ਕੁਝ ਦਿਨ ਰਹਿ ਗਏ ਹਨ ਔਰ ਇਸ ਸਮੇਂ ਦੌਰਾਨ ਤੁਸੀਂ ਆਪਣੀ ਸਾਰੀ ਤਿਆਰੀ ਕਰੋ, ਸਾਰੀ ਸਮੱਗਰੀ ਤੁਸੀਂ ਮੰਗਵਾ ਲਵੋ ਔਰ ਵੈਸਾਖ ਦੀ ਪੂਰਨਮਾਸ਼ੀ ਵਾਲੇ ਦਿਨ ਐਤਵਾਰ ਨੂੰ ਆਪਾਂ ਨੈਣਾ ਦੇਵੀ ਦੇ ਟਿੱਲੇ ਦੇ ਉੱਤੇ ਇਹ ਹਵਨ ਜਗ ਜਿਹੜਾ ਹੈ ਉਸ ਦੀ ਆਰੰਭਤਾ ਕਰਾਂਗੇ। ਇਸ ਤੋਂ ਬਾਅਦ 7ਵਾਂ ਅਧਿਆਏ ਆਰੰਭ ਹੁੰਦਾ ਹੈ ਜਿਸ ਦਾ ਸਿਰਲੇਖ ਹੈ ਹਵਨ ਆਰੰਭ। ਉਸ ਦੇ ਸ਼ੁਰੂ ਵਿੱਚ ਲਿਖਿਆ ਹੈ ਕਿ ਪੂਰਨਮਾ ਵੈਸਾਖ ਕੀ, ਜਬ ਦਿਨ ਆਇਓ ਸੋਏ, ਮੰਗਲ ਕਰੇ ਅਨੇਕ ਵਿਦ, ਹਰਖਤ ਪੇ ਸਭ ਕੋਏ। ਕਿ ਜਿਸ ਵੇਲੇ ਵੈਸਾਖ ਦੀ ਪੂਰਨਮਾਸ਼ੀ ਵਾਲਾ ਦਿਨ ਆਇਆ, ਅਨੰਦਪੁਰ ਵਿਖੇ ਬਹੁਤ ਜ਼ਿਆਦਾ ਖੁਸ਼ੀਆਂ ਮਨਾਈਆਂ ਗਈਆਂ। ਸਾਰੇ ਜਾਣੇ ਪ੍ਰਸੰਨ ਹਨ, ਸਾਰੇ ਜਾਣੇ ਖੁਸ਼ੀਆਂ ਮਨਾ ਰਹੇ ਹਨ ਕਿ ਹੁਣ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇਵੀ ਨੂੰ ਪ੍ਰਗਟ ਕਰਨਗੇ ਔਰ ਜਿਹੜੀ ਦੇਵੀ ਪ੍ਰਸੰਨ ਹੋ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਵਰ ਦੇਵੇਗੀ, ਅਸੀਸ ਦੇਵੇਗੀ ਔਰ ਉਹ ਦੇਵੀ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਅੰਦਰ ਸਮੁੱਚੇ ਸਿੱਖਾਂ ਦੀ ਰਾਖੀ ਕਰੇਗੀ। ਸੋ ਇਸ ਤਰੀਕੇ ਦੇ ਨਾਲ ਉਸ ਦਿਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਰੀ ਸਮੱਗਰੀ ਲੈ ਕੇ, ਪੰਡਤ ਕੇਸ਼ਵਦਾਸ ਨੂੰ ਨਾਲ ਲੈ ਕੇ, ਸਿੱਖਾਂ ਨੂੰ ਨਾਲ ਲੈ ਕੇ ਨੈਣਾ ਦੇਵੀ ਦੇ ਟਿੱਲੇ ਦੇ ਉੱਤੇ ਅੱਪੜਦੇ ਹਨ। ਉੱਥੇ ਇੱਕ ਹਵਨ ਕੁੰਡ ਜਿਹੜਾ ਹੈ ਉਹ ਤਿਆਰ ਕੀਤਾ ਜਾਂਦਾ ਹੈ ਔਰ ਉਸ ਹਵਨ ਕੁੰਡ ਦੇ ਪਾਸ ਬੈਠ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਹੜੇ ਨੇ ਉਹ ਹਵਨ ਆਰੰਭ ਕਰਦੇ ਹਨ। ਬਾਕੀ ਸਿੱਖਾਂ ਨੂੰ ਉੱਥੋਂ ਥੱਲੇ ਭੇਜ ਦਿੱਤਾ ਜਾਂਦਾ ਹੈ। ਕੇਵਲ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉੱਥੇ ਨੇ ਔਰ ਪੰਡਤ ਕੇਸ਼ਵਦਾਸ ਜਿਹੜਾ ਹੈ ਇਹ ਉੱਥੇ ਹੈ। ਜਦੋਂ ਇਸ ਅਧਿਆਏ ਦੇ ਤੁਸੀਂ 16ਵੇਂ ਪਦੇ ਦੇ ਉੱਤੇ ਪੜ੍ਹਦੇ ਹੋ, ਉੱਥੇ ਸੰਤੋਖ ਸਿੰਘ ਨੇ ਬੋਲ ਲਿਖੇ ਨੇ ਕਿ 16 ਅੱਖਰ ਮੰਤਰ ਬਤਾਇਓ, ਇੱਕ ਮਨ ਹੋਏ ਪਠੀਆਂ ਸਿਖਰਾਇਓ। ਕਿ ਪੰਡਤ ਕੇਸ਼ਵਦਾਸ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਇੱਕ 16 ਅੱਖਰਾਂ ਦਾ ਮੰਤਰ ਦੱਸਿਆ ਔਰ ਨਾਲ ਕਹਿ ਦਿੱਤਾ ਕਿ ਇੱਕ ਮਨ ਹੋ ਕੇ ਇਸ ਮੰਤਰ ਦਾ ਤੁਸਾਂ ਨੇ ਪਾਠ ਪੜ੍ਹਨਾ ਹੈ। ਉਹ 16 ਅੱਖਰਾਂ ਦਾ ਮੰਤਰ ਕਿਹੜਾ ਹੈ? ਬੇਸ਼ੱਕ ਇਸ ਅਧਿਆਏ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਉਹ ਮੰਤਰ ਨਹੀਂ ਦੱਸਿਆ, ਪਰ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਹੀ ਇੱਕ 39ਵੇਂ ਅਧਿਆਏ ਦੇ ਵਿੱਚ ਸੰਤੋਖ ਸਿੰਘ ਨੇ ਉਸ ਮੰਤਰ ਨੂੰ ਜ਼ਰੂਰ ਲਿਖਿਆ ਹੈ। ਉਹ 16 ਅੱਖਰਾਂ ਦਾ ਮੰਤਰ ਕਿਹੜਾ ਹੈ? ਉਹ ਹੈ ਉਣ ਉਣ ਮੁਣ ਮੁਣ ਗੁਣ ਗੁਣ ਰਣ ਰਣ। ਸੋ ਇਹ 16 ਅੱਖਰਾਂ ਦਾ ਮੰਤਰ ਉਣ ਉਣ ਮੁਣ ਮੁਣ ਗੁਣ ਗੁਣ ਰਣ ਰਣ। ਸੰਤੋਖ ਸਿੰਘ ਕਹਿੰਦਾ ਕਿ ਉਸ ਪੰਡਤ ਕੇਸ਼ਵਦਾਸ ਨੇ ਇਹ 16 ਅੱਖਰਾਂ ਦਾ ਮੰਤਰ ਜਿਹੜਾ ਹੈ ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਦਿੱਤਾ ਔਰ ਨਾਲ ਆਖਿਆ ਕਿ ਸਵਾਹਾ ਕਹੋ ਮੰਤਰ ਪਠ ਜਬੈ, ਅਗਨ ਆਹੂਤੀ ਪਾਵੋ ਤਬੈ। ਇਹ 16 ਅੱਖਰਾਂ ਦਾ ਮੰਤਰ ਪੜ੍ਹਨ ਤੋਂ ਬਾਅਦ ਤੁਸਾਂ ਨੇ ਕਹਿਣਾ ਹੈ ਸਵਾਹਾ, ਤੇ ਜਿਸ ਵੇਲੇ ਸਵਾਹਾ ਕਹਿਣਾ ਹੈ ਉਸ ਵੇਲੇ ਸਮੱਗਰੀ ਦੀ ਜਿਹੜੀ ਆਹੂਤੀ ਹੈ ਉਹ ਬਲਦੀ ਹੋਈ ਅਗਨੀ ਦੇ ਕੁੰਡ ਦੇ ਵਿੱਚ ਤੁਸਾਂ ਨੇ ਪਾਉਣੀ ਹੈ।
फिर इस मंत्र का जाप करना है और हरेक वारी इस मंत्र का जाप करन तो बाद अपनी जुबान तो स्वाहा कह के अग्न दे विच तुसां ने समगरी दी आहुति पाउणी है। इत आदक विद अपर बताई विपर हुतासन कुंड जलाई शुद्ध महासुर मंत्र उचारे स्वाहा कह आहुत को डारे। ये सारी विधि इस पंडित ने गुरु कलगीधर पातशाह जी नूं समझाई है। अग्न कुंड जिहड़ा है उसनूं पंडित ने बालिया है। मंत्रां दा जाप उच्ची धुन दे विच करना शुरू किया गया है और नाल दी नाल स्वाहा कह के ਉਹ ਸਮਗਰੀ ਦੀ ਆਹੂਤੀ ਜਿਹੜੀ ਹੈ ਉਹ ਉਸ ਅਗਨ ਕੁੰਡ ਦੇ ਵਿੱਚ ਪਾਉਣੀ ਆਰੰਭ ਕਰ ਦਿੱਤੀ ਗਈ ਹੈ। ਫਿਰ ਇਸ ਤੋਂ ਅਗਾਂਹ ਜਦੋਂ ਇਸੇ ਹੀ ਅਧਿਆਏ ਦੇ 25ਵੇਂ ਪਦੇ ਦੇ ਉੱਤੇ ਤੁਸੀਂ ਅੱਪੜਦੇ ਹੋ ਤੇ ਉੱਥੇ ਜਾ ਕੇ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਪ੍ਰਥਮ ਦਿਵਸ ਬੈਠੇ ਇੱਕ ਆਸਨ एक आस बिन दूजी आस ना 5 पहर लग एक श्रम कीनो होत निरंतर होम परबीनो। ये हवन पहले दिन गुरु कलगीधर पातशाह महाराज जी ने कितना समा किया। कहते ने एक आसन दे विच पहले दिन गुरु गोबिंद सिंह पातशाह बैठे ने जिन्हां दे मन अंदर हुण केवल इक्को ही आस है किहड़ी कि किसी न किसी तरीके दे नाल देवी नूं प्रगट किया जाए। तो 5 पहर का समा 5 पहर एक पहर जिहड़ा है 3 घंटे का सो 5 पहर तकरीबन 15 घंटे गुरु कलगीधर पातशाह इक्को आसन दे विच समाधि लगा के बैठे रहे। लगातार 15 घंटे इस उण उण मुण वाले मंत्र का जाप गुरु कलगीधर पातशाह महाराज करते रहे और नाल दी नाल स्वाहा कह के अग्न दे विच समगरी दी आहुति सतगुरु पातशाह पाउंदे रहे। इस तो बाद 8वां अध्याय है जिस दा सरलेख है शिकार होम। इस अध्याय विच कवि संतोख सिंह लिखदा है कि एक दिन गुरु गोबिंद सिंह पातशाह सुखे अते अफीम दे नशे दी वरतों करके अपने तन दे उत्ते शस्त्र बस्त्र सजा के सिखां नूं कहिंदे हन भी चलो ਤਿਆਰ ਹੋਵੋ ਅੱਜ ਆਪਾਂ शिकार खेडण वास्ते जाना है। पंक्तियां हन कि एक दिन प्रभु पाशले जामू सुखा शक अफीम सुख तामू सौच शनान ठान कर चहियो पहरे बस्त्र शस्त्र बच कहियो है पर जीन पाए तत्कालें आनो निकट आखेरें चालें। सतगुरां ने शिकार खेडण की तैयारी की। सतगुरु शिकार खेड के आए हैं। कई तरह के जानवर मार के कुछ जिउंदे पकड़ के लैके आए हैं पर पंडित केशव दास गुरु कलगीधर पातशाह महाराज जी दे नाल नाराज हुंदा है कि जितनी देर तक देवी प्रगट नहीं हुंदी उतनी देर तक आप जी नूं जीव हिंसा नहीं करनी चाहिए। सो संतोख सिंह लिखदा है कि गुरु कलगीधर पातशाह महाराज सिखां नूं कहिंदे हन कि असीं पंडित केशव दास नूं नाराज नहीं करना। जेकर ये चाहता है कि उन्नी देर तक जीव हिंसा ना की जाए तो आपां जीव हिंसा नहीं करनी। इस वास्ते जिन्ने भी जानवर पकड़ के लियाते गए हैं उन्हां सारियां नूं छड़ दिता जाए। तो संतोख सिंह ने लिखा है कि सारे ही जानवर पंछी आदि जितने भी जिउंदे पकड़ के लियाते सन वो भी सारे छड़ दिते गए और जिहड़े पंछी जानवर आदि जिन्हां दा शिकार करके जिन्हां नूं मार के लियांदा गया सी गुरु कलगीधर पातशाह महाराज जी दे कहण दे नाल वो मरे हुए जानवर मरे हुए पंछी वो भी जिउंदे हो गए अते वो भी आकाश दे विच उडारियां मारन लग पे। इस तो बाद 9वां अध्याय जदों इसे तीसरी रुत दा शुरू हुंदा है ते 9वें अध्याय दा सरलेख है सौपन दर्शन जिसका भाव है सुपने दे विच दर्शनां दा होना। इस दे तुसीं तीसरे बंद नूं जदों पढ़दे हो तो उत्थे शब्द लिखते मिलते हैं कि 5 पहर को 9 दिन होवा निस्मय देवी दर्शन जोवा सुपन बिखे मिलकर जगमाई निज आवन को दियो बताई। कि इस तरीके दे नाल हवन करदियां होया 5 पहर की समाधि गुरु कलगीधर पातशाह जी की 15 घंटे हर रोज़ उस मंत्र का जाप करना नाल दी नाल समगरी की आहुति देनी। जदों
5 ਮਹੀਨਿਆਂ ਦਾ ਸਮਾਂ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਿਆ ਤੇ ਇੱਕ ਰਾਤ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਦੇਵੀ ਨੇ ਸੁਪਨੇ ਦੇ ਵਿੱਚ ਆਣ ਕੇ ਦਰਸ਼ਨ ਦਿੱਤੇ ਤੇ ਸੁਪਨੇ ਦੇ ਵਿੱਚ ਆਣ ਕੇ ਸਤਿਗੁਰਾਂ ਨੂੰ ਆਖਿਆ ਕਿ ਹੇ ਸੁਤ, ਹੋਮੋ ਮੰਤਰ ਸਮੇਤਾ ਧਰੋ ਧਿਆਨ ਮੁਝ ਆਵਣ ਹੇਤਾ, ਸਮੋ ਹੋਏ ਦਰਸ਼ਨ ਕੋ ਜਬੈ, ਏਕ ਵਾਰ ਆਵੋ ਚਲ ਤਬੈ। ਦੇਵੀ ਦੁਰਗਾ ਦੇਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਆਖਦੀ ਹੈ ਕਿ ਹੇ ਪੁੱਤਰ, ਤੁਸੀਂ ਮੰਤਰਾਂ ਸਮੇਤ ਹਵਨ ਕਰ ਰਹੇ ਹੋ, ਮੇਰਾ ਧਿਆਨ ਧਰ ਕੇ ਬੈਠੇ ਹੋ, ਮੈਨੂੰ ਆਵਾਜ਼ਾਂ ਮਾਰਦੇ ਹੋ। ਇਸੇ ਤਰੀਕੇ ਦੇ ਨਾਲ ਤੁਸੀਂ ਇਸ ਆਪਣੇ ਹਵਨ ਨੂੰ ਜਾਰੀ ਰੱਖੋ, ਮੰਤਰਾਂ ਦਾ ਜਾਪ ਜਿਹੜਾ ਹੈ ਜਾਰੀ ਰੱਖੋ। ਮੈਂ ਜ਼ਰੂਰ ਆਵਾਂਗੀ ਤੇ ਆਣ ਕੇ ਤੁਹਾਡੇ ਮਨ ਦਾ ਜਿਹੜਾ ਮਨੋਰਥ ਹੈ ਉਹ ਮੈਂ ਪੂਰਾ ਕਰਾਂਗੀ। ਮੈਂ ਪ੍ਰਗਟ ਹੋਵਾਂਗੀ ਤੇ ਪ੍ਰਗਟ ਹੋ ਕੇ ਫਿਰ ਆਪ ਜੀ ਨੂੰ ਜੋ ਵੀ ਆਪ ਵਰ ਮੇਰੇ ਕੋਲ ਮੰਗੋਗੇ, ਮੈਂ ਆਪ ਜੀ ਨੂੰ ਉਹੀ ਵਰ ਦੇ ਕੇ ਨਿਹਾਲ ਕਰਾਂਗੀ। ਸੋ 9ਵੇਂ ਅਧਿਆਏ ਵਿੱਚ ਸੰਤੋਖ ਸਿੰਘ ਲਿਖਦਾ ਹੈ ਕਿ 5 ਮਹੀਨੇ ਲਗਾਤਾਰ ਹਵਨ ਕਰਨ ਤੋਂ ਬਾਅਦ ਦੇਵੀ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਸੁਪਨੇ ਦੇ ਵਿੱਚ ਦਰਸ਼ਨ ਦਿੱਤੇ ਔਰ ਆਪਣੇ ਪ੍ਰਗਟ ਹੋਣ ਦੀ ਭਵਿੱਖਬਾਣੀ ਜਿਹੜੀ ਹੈ ਉਹ ਵੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਕੀਤੀ। ਇਸੇ ਹੀ ਅਧਿਆਏ ਦੇ 10ਵੇਂ ਅੰਕ ਦੇ ਉੱਤੇ ਜਦੋਂ ਆਪਾਂ ਪੜ੍ਹਦੇ ਹਾਂ ਤੇ ਉੱਥੇ ਜਾ ਕੇ ਪਤਾ ਚੱਲਦਾ ਹੈ ਕਿ ਦੇਵੀ ਦੇ ਸੁਪਨੇ ਵਿੱਚ ਦਰਸ਼ਨ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੰਡਤ ਦੇ ਨਾਲ ਸਲਾਹ ਕਰਕੇ ਜਿਹੜਾ ਹਵਨ ਕਰਨ ਦਾ ਸਮਾਂ ਸੀ ਸਤਿਗੁਰਾਂ ਦਾ, ਹਰ ਰੋਜ਼ ਦਾ 5 ਪਹਿਰ ਦਾ, ਹਰ ਰੋਜ਼ ਦਾ 15 ਘੰਟੇ ਦਾ, ਉਸ ਸਮੇਂ ਨੂੰ, ਉਸ ਸਮਾਧੀ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹੋਰ ਜ਼ਿਆਦਾ ਵਧਾ ਦਿੱਤਾ ਹੈ। ਕਿਤਨਾ ਵਧਾਇਆ? ਲਿਖਿਆ ਹੈ ਕਿ ਦਵਾਦਸ ਜਾਮਹਿ ਕੋ ਇੱਕ ਆਸਨ, ਹੋਮ ਕਰੈ ਬੜ ਲਾਟ ਪ੍ਰਕਾਸ਼ਨ, ਅੰਮ੍ਰਿਤ ਵੇਲੇ ਬੈਠਣ ਕਰੇ, ਸੰਧਿਆ ਲਗ ਇੱਕ ਸਮ ਹੀ ਥਿਰੇ, ਸਰਬ ਨਿਸ਼ਾ ਪੁਨ ਪਠਤੇ ਰਹੇ, ਅਗਲੇ ਦਿਵਸ ਹਮਨ ਹੀ ਚਾਹੈ, ਸੰਧਿਆ ਦੁਤੀ ਹੋਏ ਤਬ ਹਟੈ, ਦਵਾਦਸ ਪਹਿਰ ਮੰਤਰ ਹੀ ਰਟੈ। 5 ਪਹਿਰ ਤੋਂ ਵਧਾ ਕੇ 12 ਪਹਿਰ ਤੱਕ ਦਾ ਸਮਾਂ, ਜਾਣੀ ਕਿ 15 ਘੰਟੇ ਦੀ ਸਮਾਧੀ ਦੇ ਸਮੇਂ ਨੂੰ ਵਧਾ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਸਮਾਧੀ ਦਾ ਸਮਾਂ ਜਿਹੜਾ ਹੈ 36 ਘੰਟੇ ਕਰ ਦਿੱਤਾ। ਕਵੀ ਸੰਤੋਖ ਸਿੰਘ ਕਹਿੰਦਾ ਕਿ ਜਿਵੇਂ ਅੱਜ ਸਵੇਰ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਹਵਨ ਕਰਨ ਵਾਸਤੇ ਬੈਠਦੇ ਹਨ, ਸਾਰਾ ਦਿਨ ਮੰਤਰਾਂ ਦਾ ਜਾਪ ਕਰਦੇ ਹਨ, ਸਾਰੀ ਰਾਤ ਮੰਤਰਾਂ ਦਾ ਜਾਪ ਕਰਦੇ ਹਨ, ਅਗਲਾ ਸਾਰਾ ਦਿਨ ਫਿਰ ਮੰਤਰਾਂ ਦਾ ਜਾਪ ਕਰਦੇ ਹਨ ਤੇ ਅਗਲੀ ਰਾਤ ਨੂੰ ਜਾ ਕੇ ਗੁਰੂ ਕਲਗੀਧਰ ਪਾਤਸ਼ਾਹ 12 ਘੰਟੇ ਵਾਸਤੇ 4 ਪਹਿਰ ਵਾਸਤੇ ਵਿਸ਼ਰਾਮ ਕਰਦੇ ਹਨ। ਉਸ ਤੋਂ ਬਾਅਦ ਫਿਰ ਇਸੇ ਤਰੀਕੇ ਦੇ ਨਾਲ 1.5 ਦਿਨ ਲਗਾਤਾਰ ਸਮਾਧੀ ਦੇ ਵਿੱਚ ਬੈਠ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਣ ਮੁਣ ਦੇ ਮੰਤਰ ਦਾ ਜਾਪ ਜਪਦੇ ਹਨ ਔਰ ਨਾਲ ਦੀ ਨਾਲ ਸਵਾਹਾ ਕਹਿ ਕੇ ਸਮੱਗਰੀ ਨੂੰ ਅਗਨ ਦੇ ਕੁੰਡ ਦੇ ਵਿੱਚ ਪਾਈ ਜਾ ਰਹੇ ਹਨ। ਇਸ ਤੋਂ ਬਾਅਦ 10ਵਾਂ ਅਧਿਆਏ ਹੈ ਜਿਸ ਦਾ ਸਿਰਲੇਖ ਹੈ ਪ੍ਰਗਟ ਹੋਣ ਦੇ ਚਿੰਨ੍ਹ। ਇਸ ਅਧਿਆਏ ਦੇ ਵਿੱਚ ਦੇਵੀ ਦੇ ਪ੍ਰਗਟ ਹੋਣ ਦੀਆਂ ਕੁਝ ਨਿਸ਼ਾਨੀਆਂ ਕਵੀ ਸੰਤੋਖ ਸਿੰਘ ਨੇ ਲਿਖੀਆਂ ਹਨ ਕਿ ਜਦੋਂ ਇਸੇ ਤਰੀਕੇ ਦੇ ਨਾਲ ਕਠਨ ਤਪੱਸਿਆ ਕਰਦਿਆਂ ਹੋਇਆਂ, ਮੰਤਰਾਂ ਦਾ ਜਾਪ ਜਪਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਤਕਰੀਬਨ 9 ਮਹੀਨਿਆਂ ਦਾ ਸਮਾਂ ਬਤੀਤ ਹੋਇਆ ਤਾਂ ਉਸ ਵੇਲੇ ਨੈਣਾ ਦੇਵੀ ਦੇ ਟਿੱਲੇ ਦੇ ਉੱਤੇ ਦੇਵੀ ਦੇ ਪ੍ਰਗਟ ਹੋਣ ਦੇ ਕੁਝ ਚਿੰਨ੍ਹ ਜਿਹੜੇ ਸਨ ਉਹ ਪ੍ਰਗਟ ਹੋਣੇ ਸ਼ੁਰੂ ਹੋ ਗਏ। ਕੁਝ ਨਿਸ਼ਾਨੀਆਂ ਜਿਹੜੀਆਂ ਹਨ ਉਹ ਦਿਸਣੀਆਂ ਸ਼ੁਰੂ ਹੋ ਗਈਆਂ, ਜਿਸ ਤਰੀਕੇ ਦੇ ਨਾਲ ਕਿ ਨੈਣਾ ਦੇਵੀ ਦੇ ਟਿੱਲੇ ਦੇ ਉੱਤੇ ਭੁਚਾਲ ਆਦਿਕ ਦਾ ਆਉਣਾ, ਇਹੋ ਜਿਹੇ ਚਿੰਨ੍ਹ ਜਿਹੜੇ ਹਨ ਇਹ ਪ੍ਰਗਟ ਹੋਣੇ ਸ਼ੁਰੂ ਹੋਏ, ਜਿਨ੍ਹਾਂ ਨੂੰ ਦੇਖ ਕੇ ਜਿਹੜਾ ਪੰਡਤ ਕੇਸ਼ਵ ਦਾਸ ਹੈ ਉਹ ਵੀ ਨੈਣਾ ਦੇਵੀ ਦੇ ਟਿੱਲੇ ਤੋਂ ਹੇਠਾਂ ਉਤਰ ਆਇਆ ਔਰ ਨੈਣਾ ਦੇਵੀ ਦੇ ਟਿੱਲੇ ਦੇ ਉੱਤੇ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪ ਇਕੱਲੇ ਹੀ ਰਹਿ ਗਏ, ਜਿਹੜੇ ਕਿ ਉੱਥੇ ਲਗਾਤਾਰ ਹਰ ਰੋਜ਼ ਲੰਬੀ ਸਮਾਧੀ ਲਗਾ ਕੇ 12-12 ਪਹਿਰ ਤੱਕ ਦਾ ਸਮਾਂ ਜਿਹੜਾ ਹੈ ਉਹ ਉਣ ਮੁਣ ਦਾ ਮੰਤਰ ਪੜ੍ਹਦਿਆਂ ਹੋਇਆਂ ਹਵਨ ਕੁੰਡ ਦੇ ਅੰਦਰ ਸਮੱਗਰੀ ਦੀ ਆਹੂਤੀ ਦੇਈ ਜਾ ਰਹੇ ਸਨ। ਫਿਰ ਜਿਸ ਵੇਲੇ 11ਵਾਂ ਅਧਿਆਇ ਸ਼ੁਰੂ ਹੁੰਦਾ ਹੈ ਉਸ ਦਾ ਸਿਰਲੇਖ ਆਉਂਦਾ ਹੈ ਦੇਵੀ ਦਾ ਪ੍ਰਗਟ ਹੋਣਾ। ਹੁਣ ਆਪ ਦੇਖ ਲਓ
ਕਿ ਤੀਸਰੇ ਅਧਿਆਏ ਤੋਂ ਇਸ ਕਥਾ ਦਾ ਮੁੱਢ ਬੱਝਾ ਹੈ ਔਰ 11ਵੇਂ ਅਧਿਆਏ ਤੇ ਜਾ ਕੇ ਤਕਰੀਬਨ ਇਹ ਦੇਵੀ ਦੇ ਪ੍ਰਗਟ ਹੋਣ ਦੀ ਕਥਾ ਸੰਤੋਖ ਸਿੰਘ ਲਿਖ ਰਹੇ ਨੇ। ਪੂਰੇ 9 ਅਧਿਆਏ ਸੰਤੋਖ ਸਿੰਘ ਨੇ ਇਸੇ ਹੀ ਸੰਬੰਧ ਦੇ ਵਿੱਚ ਉਚਾਰਨ ਕੀਤੇ ਹਨ ਕਿ ਕਿਸ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਦੀ ਆਰਾਧਨਾ ਕੀਤੀ, ਕਿਸ ਤਰੀਕੇ ਦੇ ਨਾਲ ਇਹ ਦੇਵੀ ਜਿਹੜੀ ਸੀ ਉਹ ਪ੍ਰਗਟ ਹੋਈ। ਭਾਵ ਚੰਗੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਦੇਵੀ ਦਾ ਭਗਤ ਜਿਹੜਾ ਹੈ ਉਹ ਸਿੱਧ ਕੀਤਾ ਗਿਆ। ਕਿਸੇ ਕਿਸਮ ਦੀ ਕਿਸੇ ਦੇ ਮਨ ਦੇ ਅੰਦਰ ਵੀ ਕੋਈ ਸ਼ੱਕ ਦੀ ਗੁੰਜਾਇਸ਼ ਬਾਕੀ ਨਾ ਰਹਿ ਜਾਏ, ਇਸ ਵਾਸਤੇ ਇੰਨੇ ਵਿਸਥਾਰ ਦੇ ਨਾਲ ਸੰਤੋਖ ਸਿੰਘ ਨੇ ਇਸ ਸਾਰੇ ਪ੍ਰਸੰਗ ਨੂੰ ਕਲਮਬੰਦ ਕੀਤਾ ਹੈ। ਸੋ ਖੈਰ ਲਿਖਿਆ ਹੈ ਕਿ ਦੇਵੀ ਦਾ ਪ੍ਰਗਟ ਹੋਣਾ 1.5 ਪਹਿਰ ਦਿਨ ਕੇ ਰਹਿ, 9ਵੀਂ ਆਦਿਤਵਾਰ ਚੇਤ ਮਾਸ ਪਖ ਸ਼ੁਕਲ ਮੈਂ ਬਿਦਤੀ ਜਗਤ ਆਧਾਰ। ਬਕਾਇਦਾ ਸੰਤੋਖ ਸਿੰਘ ਤੇ ਤਰੀਕ ਵੀ ਦੇ ਰਿਹਾ ਹੈ ਕਿ ਚੇਤਰ ਦਾ ਮਹੀਨਾ ਸੀ, ਸ਼ੁਕਲ ਪੱਖ ਦੀ 9ਵੀਂ ਤਾਰੀਖ ਐਤਵਾਰ ਦਾ ਦਿਨ, ਯਾਨੀ ਕਿ ਵੈਸਾਖ ਦੇ ਮਹੀਨੇ ਦਾ ਹਵਨ ਜਗ ਕਰਨਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਮੰਤਰਾਂ ਦਾ ਜਾਪ ਜਪਣਾ ਸ਼ੁਰੂ ਕੀਤਾ ਤੇ ਅਗਲੇ ਸਾਲ ਦਾ ਚੇਤਰ ਦਾ ਮਹੀਨਾ ਆ ਗਿਆ। ਤਕਰੀਬਨ 11 ਮਹੀਨਿਆਂ ਦਾ ਸਮਾਂ ਬਤੀਤ ਹੋਇਆ। ਲਗਾਤਾਰ 11 ਮਹੀਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇਵੀ ਨੂੰ ਪ੍ਰਗਟ ਕਰਨ ਵਾਸਤੇ ਮੰਤਰਾਂ ਦਾ ਜਾਪ ਜਪਦੇ ਰਹੇ ਤੇ 11 ਮਹੀਨਿਆਂ ਬਾਅਦ ਇਹ ਦੇਵੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਪ੍ਰਗਟ ਹੋਈ ਹੈ। ਕਿਸ ਸਰੂਪ ਦੇ ਵਿੱਚ ਸੰਤੋਖ ਸਿੰਘ ਨੇ ਉਹ ਸਰੂਪ ਬਿਆਨ ਕੀਤਾ, ਆਖੇ ਬਹੁਤ ਹੀ ਜ਼ਿਆਦਾ ਭਿਆਨਕ ਸਰੂਪ ਸੀ ਉਸਦਾ। ਕਾਲਾ ਰੰਗ, ਗਲ ਦੇ ਵਿੱਚ ਮਨੁੱਖੀ ਸਿਰਾਂ ਦੀ ਮਾਲਾ ਪਹਿਨੀ ਹੋਈ ਹੈ, ਲੰਬੇ ਲੰਬੇ ਉਸਦੇ ਦੰਦ ਹਨ, ਲੰਬੀਆਂ ਲੰਬੀਆਂ ਉਸਦੀਆਂ 8 ਭੁਜਾਵਾਂ ਹਨ। ਸਰੀਰ ਦੇ ਉੱਤੇ ਕੋਈ ਵੀ ਉਸਦੇ ਵਸਤਰ ਜਿਹੜਾ ਹੈ ਉਹ ਨਹੀਂ ਪਹਿਨਿਆ ਹੋਇਆ। ਫਿਰ ਆਪ ਇਕੱਲੀ ਹੀ ਪ੍ਰਗਟ ਨਹੀਂ ਹੋਈ, ਉਹਦੇ ਨਾਲ ਅਨੇਕਾਂ ਹੋਰ ਜੋਗਣੀਆਂ ਹਨ, ਉਹ ਵੀ ਬਿਲਕੁਲ ਨਗਨ ਹਾਲਤ ਦੇ ਵਿੱਚ ਹਨ। ਇੰਨਾ ਭਿਆਨਕ ਸਰੂਪ ਸੰਤੋਖ ਸਿੰਘ ਕਹਿੰਦਾ ਇੱਕ ਮਨੁੱਖ ਦਾ ਤੇ ਕੀ ਆਖੀਏ, ਜੇ ਕਿਧਰੇ ਜਮਦੂਤ ਵੀ ਉਸ ਦੁਰਗਾ ਦੇਵੀ ਨੂੰ ਉਸ ਵੇਲੇ ਤੱਕ ਲਏ, ਉਸ ਸਰੂਪ ਦੇ ਵਿੱਚ ਤੱਕ ਲਏ, ਤੇ ਜਮਦੂਤ ਵੀ ਆਪਣਾ ਹੌਸਲਾ ਆਪਣਾ ਧੀਰਜ ਤਿਆਗ ਦੇਵੇ। ਉਸ ਦੁਰਗਾ ਦੇਵੀ ਨੇ ਆਣ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਖਲੋ ਕੇ ਆਖਿਆ ਹੈ, ਮੇਰੇ ਕੋਲੋਂ ਵਰ ਮੰਗਾ। ਉਸ ਦੀ ਆਵਾਜ਼ ਸਤਿਗੁਰਾਂ ਨੇ ਸੁਣੀ ਹੈ ਤੇ ਸੰਤੋਖ ਸਿੰਘ ਨੇ ਵਾਕ ਲਿਖੇ ਨੇ ਕਿ ਜੈ ਜਗਦੰਬਾ ਕਹਿ ਗੁਰ ਖਰੇ, ਸਕਲ ਰੂਪ ਕੋ ਦੇਖਣ ਕਰੇ, ਏਕ ਬਾਰ ਨਖ ਸਿਖ ਤੇ ਹੇਰ, ਨਮੋ ਕਰਤ ਚਖ ਮੀਚੇ ਫੇਰ। ਕਿ ਕਲਗੀਧਰ ਪਾਤਸ਼ਾਹ ਆਪਣੀ ਜ਼ਬਾਨ ਤੋਂ ਜੈ ਜਗਦੰਬਾ ਕਹਿੰਦੇ ਹੋਏ ਉੱਠ ਕੇ ਖੜੇ ਹੋ ਗਏ। ਸਤਿਗੁਰਾਂ ਨੇ ਇਸ ਦੁਰਗਾ ਦੇਵੀ ਦਾ ਇਹ ਭਿਆਨਕ ਸਰੂਪ ਆਪਣੀਆਂ ਅੱਖਾਂ ਦੇ ਨਾਲ ਤੱਕਿਆ ਹੈ। ਉਸ ਦੇ ਪੈਰਾਂ ਤੋਂ ਲੈ ਕੇ ਉਸ ਦੀ ਸਿਰ ਦੀ ਚੋਟੀ ਤੱਕ ਸਾਰੇ ਸਰੂਪ ਨੂੰ ਬੜੇ ਧਿਆਨ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਆ ਹੈ ਤੇ ਦੇਖਣ ਤੋਂ ਬਾਅਦ ਸਤਿਗੁਰਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ। ਆਪਣੀਆਂ ਅੱਖਾਂ ਬੰਦ ਕਿਉਂ ਕੀਤੀਆਂ, ਇਸ ਦਾ ਕਾਰਨ ਸੰਤੋਖ ਸਿੰਘ ਨੇ ਇੱਥੇ ਤੇ ਨਹੀਂ ਦੱਸਿਆ, ਪਰ ਇੱਕ ਹੋਰ ਅਧਿਆਏ ਦੇ ਵਿੱਚ ਇਹ ਕਾਰਨ ਦੱਸਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਾਸਤੇ ਅੱਖਾਂ ਬੰਦ ਕੀਤੀਆਂ ਸਨ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚਾਹੁੰਦੇ ਸਨ ਕਿ ਦੇਵੀ ਦੇ ਇਸ ਸਰੂਪ ਨੂੰ ਮੈਂ ਹਮੇਸ਼ਾ ਵਾਸਤੇ ਆਪਣੇ ਅੰਦਰ ਵਸਾ ਲਵਾਂ। ਮੇਰੀਆਂ ਅੱਖਾਂ ਸਭ ਤੋਂ ਪਵਿੱਤਰ ਹਨ ਤੇ ਆਪਣੀਆਂ ਪਵਿੱਤਰ ਅੱਖਾਂ ਦੇ ਵਿੱਚ ਮੈਂ ਦੇਵੀ ਦੇ ਇਸ ਸਰੂਪ ਨੂੰ ਹਮੇਸ਼ਾ ਵਾਸਤੇ ਵਸਾ ਕੇ ਰੱਖਣਾ ਚਾਹੁੰਦਾ ਹਾਂ। ਸੰਤੋਖ ਸਿੰਘ ਕਹਿੰਦਾ ਹੈ ਕਿ ਕੁਝ ਸਮੇਂ ਬਾਅਦ ਫਿਰ ਦੇਵੀ ਨੇ ਆਪਣਾ ਸਰੂਪ ਬਦਲ ਲਿਆ, ਫਿਰ ਸੁੰਦਰ ਸਰੂਪ ਦੇ ਵਿੱਚ ਆ ਗਈ, ਸ਼ੇਰ ਦੇ ਉੱਪਰ ਸਵਾਰ ਹੋ ਗਈ ਔਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਦੀ ਹੈ ਕਿ ਮਾਂਗ ਪੁੱਤਰ ਦੇਵੋ ਅਬ ਤੋਹੀ, ਸੇਵਾ ਕਰਤ ਰਿਝਾਇਓ ਮੋਹੀ। हे ਪੁੱਤਰ, ਤੂੰ ਮੇਰੀ ਸੇਵਾ ਕਰਕੇ ਮੈਨੂੰ ਰਿਝਾ ਲਿਆ ਹੈ, ਮੈਂ ਪ੍ਰਸੰਨ ਹੋ ਗਈ ਹਾਂ, ਤੂੰ ਮੈਨੂੰ ਪ੍ਰਗਟ ਕਰ ਲਿਆ ਹੈ, ਹੁਣ ਮੇਰੇ ਕੋਲੋਂ ਤੂੰ ਵਰ ਮੰਗ। ਪ੍ਰਥਮ ਪ੍ਰਤੱਗਿਆ ਸਿਮਰੋਂ ਸੋਏ, ਚਾਹੋਂ ਸੋ ਕਹੋਂ ਸਪੂਰਨ ਹੋਏ, ਮਿਰਦ ਬਚ ਮੋਦ ਭਰੇ ਸੁਨ ਫੇਰਾ, ਖੋਲ ਬਿਲੋਚਨ ਦਰਸ਼ਨ ਹੇਰਾ। ਆਖਦੀ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਕਿ ਮੈਂ ਪ੍ਰਤੱਗਿਆ ਕਰਦੀ ਹਾਂ, ਵਾਅਦਾ ਕਰਦੀ ਹਾਂ ਕਿ ਜੋ ਕੁਝ ਵੀ ਤੂੰ ਮੰਗੇਗਾ
मैं उसनूं पूरा करांगी। सो गुरु कलगीधर पातशाह जिन्हां ने देवी दे दर्शन करके अपनियां अखां बंद कीतियां होईयां सन, देवी दे ये वाक सुन के सतगुरां ने फिर अपनियां अखां खोलियां हन ते उस देवी दे कोलों गुरु गोबिंद सिंह पातशाह महाराज वर मंगदे ने, कहंदे ने देहो बर माता पंथ उपावो, तुर्क राज को तेज कपावो, हिंद धर्म नित होए विनाशे, जे बचाए पुन करो प्रकाशे। कि हे माता मैनू वर दिओ, मैं पंथ नूं पैदा करना चाहुंदा हां, मैं तुर्कां दा तेज प्रताप जिहड़ा है उसनूं खत्म करना चाहुंदा हां। तुर्क जिहड़े ने हिंदू धर्म दा विनाश करदे पए ने, हिंदू धर्म दी हानि करदे पए ने, मैं हिंदू धर्म नूं बचाउणा चाहुंदा हां। इस वास्ते मैं तुहाडे कोलों पंथ पैदा करन दा वर मंगदा हां। जानी कि कवि संतोख सिंह ये कह रहा है देवी कोलों पंथ पैदा करन दा वर गुरु गोबिंद सिंह पातशाह मंगदे पए ने, इस वास्ते तां जो वो पंथ जिहड़ा है वो हिंदू धर्म दी राखी करे। फिर अगलियां पंक्तियां लिखियां ने, कहन लगे तुम करते अस आजुद पावो, जिह पखार निज पंथ पिलावो। गुरु गोबिंद सिंह पातशाह उस दुर्गा देवी नूं आखदे ने कि तुहाडे कोलों मैनूं कोई इहो जिहा हथियार मिले, जिस हथियार नूं धो के मैं अपने पंथ नूं पिला दियां। मैनूं कोई इहो जिहा हथियार तुसीं दिओ, उस हथियार नूं धो के वो पानी जिहड़ा है मैं अपने पंथ नूं पिलावां। तो जिस ते धारें तेज कराला, जीते शतरन बड़ी विसाला, तां जो उस मेरे पंथ दे अंदर बहुत ज्यादा बल तेज प्रताप जिहड़ा है वो भर जाए ते वो अपने वैरियां नूं आसानी दे नाल जित लवे। सदा सहाय पंथ की कीजै, दिन प्रत वधै यही बर दीजै, तोहे चरित्र बसे मन मेरे, सिमरों जिनको संझ सवेरे। गुरु गोबिंद सिंह पातशाह देवी दे अगे बेनती करते पे हैं कि हमेशा वास्ते मेरे पंथ की सहायता करनी, मैं तुहाडे पासों केवल ते केवल यही वार मंगदा हाँ। कवि संतोख सिंह जी ने अगे बोल लिखे हैं कि रचन पंथ अर तुरकन खोए, करो कृपा बरदीजे दोए, इम सुन हसी बाक शुभ कीनो, पंथ सकेश पुत्र मैं दीनो। देवी ने गुरु गोबिंद सिंह पातशाह महाराज जी की यह बेनती सुनी है ते हस के गुरु गोबिंद सिंह पातशाह महाराज जी नूं की आख्या कि पंथ सकेश पुत्र मैं दीनो। हे पुत्र मैं तैनू केसाधारी पंथ दा वर दिंदी हाँ। जानी कि सिखां दा ये जिहड़ा केसाधारी स्वरूप है, ये वर कवि संतोख सिंह कहता है कि गुरु गोबिंद सिंह पातशाह जी ने दुर्गा देवी तो प्राप्त किया है। इसमें भेद इत करह गयो, प्रथम दर्श दृग मीचित भयो, जानते तुम तन त्यागन पाशे, 40 वर्ष बिते जब आशे। देवी होर आखदी है कि जिस वेले तू मैनू पहली नजरे तकिया सी, जे ते तू उस वेले अखां बंद ना करदा ते सारा कुछ हुणे ही हो जाना सी, पर तू मैनू देख के क्योंकि अखां बंद कर लईआं ने, इस वास्ते हुण जदों तू अपना शरीर त्याग देवेंगा, तेरे शरीर त्यागण तो तकरीबन 40 साल बाद विच जाके वधे पंथ जग विखै विसाला, तेज तुरक तब हतै कुराला। फिर तेरे पंथ दा तेज प्रताप जिहड़ा है बहुत ज्यादा वधेगा। पूर्ण होए अवलाख तुम्हारी, साच होए सब जथा उचारी, निज करते सतगुर को दई, जानते खरद नाम बिदतई। संतोख सिंह कहता गुरु गोबिंद सिंह पातशाह महाराज जी नूं इस देवी ने अपने हाथ तो एक हथियार दिता, उन्होंने आख्या गया करद, ते करद नाम इस वास्ते पिया क्योंकि देवी ने अपने हत्थां दे नाल दिती। कर जिस दा अर्थ हुंदा है हथ, करद दा अर्थ है अपने हत्थां दे नाल दिता होया हथियार। निज करते अपने हत्थां दे नाल सतगुर को दई, जानते करद नाम बिदतई।
ਉਹ ਹਥਿਆਰ ਦੇਵੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤਾ, ਕਿਉਂਕਿ ਆਪਣੇ ਕਰ ਦੇ ਨਾਲ ਦਿੱਤਾ, ਇਸ ਵਾਸਤੇ ਉਸ ਨੂੰ ਕਰਦ ਆਖਿਆ ਗਿਆ। ਤੇ ਨਾਲ ਹਦਾਇਤ ਕੀਤੀ, ਇਹ ਲੈ ਕਰ ਜਲ ਜੁਤ ਮਿਸ਼ਟਾਨ, ਫੇਰਨ ਕਰੋ ਆਪਣੇ ਪਾਣ। ਆ ਕਰਦ ਲੈ, ਆ ਹਥਿਆਰ ਲੈ, ਇਸ ਨੂੰ ਮਿੱਠੇ ਪਾਣੀ ਦੇ ਵਿੱਚ ਤੂੰ ਫੇਰਨਾ ਹੈ। ਸੂਰ ਹੋਏਗਾ ਸਿਦਕ ਤੁਮਾਰਾ, हेर शत्र भाजै डर तारा, अब दीजा कश पेट हमारी, हे सुत जिसते होए सुख पारी। ते फिर वो मिठा पानी जिहदे विच इस करद नूं फेरिया होएगा, इस हथियार नूं फेरिया होया होवेगा, वो पानी जिहड़ा है वो तू अपने सिखां नूं पिलाउणा है। सो तेरे सिख जिहड़े ने, तेरा पंथ जिहड़ा है वो बहुत ज़्यादा सिदकवान ते सूरमा होवेगा। ਉਹਨੂੰ ਵੇਖ ਵੇਖ ਕੇ ਸ਼ਤਰੂ ਜਿਹੜੇ ਨੇ, ਵੈਰੀ ਜਿਹੜੇ ਹਨ, ਦੂਰੋਂ ਹੀ ਨਸਣਗੇ। ਇਹ ਵਰ ਦੇਣ ਤੋਂ ਬਾਅਦ, ਇਹ ਹਥਿਆਰ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਣ ਤੋਂ ਬਾਅਦ ਸੰਤੋਖ ਸਿੰਘ ਕਹਿੰਦੇ, ਦੇਵੀ ਨੇ ਆਖਿਆ, ਅਬ ਦੀਜੈ ਕੁਛ ਭੇਟ ਹਮਾਰੀ, ਹੈ ਸੁਤ ਜਿਸ ਤੇ ਹੋਏ ਸੁਖ ਪਾਰੀ। ਤੂੰ ਮੈਨੂੰ ਪ੍ਰਗਟ ਕੀਤਾ ਹੈ, ਤੇਰੇ ਆਵਾਜ਼ਾਂ ਮਾਰਨ ਤੇ ਮੈਂ ਪ੍ਰਗਟ ਹੋਈ ਹਾਂ, ਹੁਣ ਮੈਨੂੰ ਤੂੰ ਕੋਈ ਆਪਣੇ ਕੋਲੋਂ ਭੇਟਾ ਦੇ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਸ ਦੇਵੀ ਨੂੰ ਭੇਟਾ ਕੀ ਦਿੰਦੇ ਪਏ ਨੇ, ਸੁਨ ਗੁਰ ਕਰਦ ਕਰੀ ਕਰ ਤਾਰਨ, ਹੱਥ ਨਿਜ ਤਨ ਕੀਏ ਰਕਤ ਨਿਕਾਰਨ। ਉਹੀ ਹਥਿਆਰ ਜਿਹੜਾ ਦੇਵੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਦਿੱਤਾ। ਸੰਤੋਖ ਸਿੰਘ ਕਹਿੰਦਾ, ਉਸੇ ਹਥਿਆਰ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਉੱਤੇ ਵਾਰ ਕਰਕੇ ਆਪਣੇ ਤਨ ਦਾ ਲਹੂ ਨਿਕਾਲ ਕੇ ਉਸ ਦੇਵੀ ਨੂੰ ਅਰਪਣ ਕੀਤਾ। ਤੇ ਸੋ ਲੈ ਕਰ ਜਗ ਮਾਤ ਪ੍ਰਸੰਨ, ਪੁੰਨ ਗੁਰ ਦੇਨ ਭੇਟ ਕਰ ਅੰਨ। ਸਤਿਗੁਰਾਂ ਦੇ ਕੋਲੋਂ, ਸਤਿਗੁਰਾਂ ਦੇ ਖੂਨ ਦੀ ਭੇਟਾ ਲੈ ਕੇ ਸੰਤੋਖ ਸਿੰਘ ਕਹਿੰਦਾ, ਦੇਵੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਪ੍ਰਸੰਨ ਹੋ ਗਈ। ਇੱਥੇ ਹੀ ਬਸ ਨਹੀਂ, ਸੰਤੋਖ ਸਿੰਘ ਦੀ ਬਦਬਖਤੀ ਇੱਥੇ ਹੀ ਖਤਮ ਨਹੀਂ ਹੋਈ। ਇਸ ਤੋਂ ਅਗਾਂਹ ਹੋਰ ਲਿਖ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਲਹੂ ਭੇਟਾ ਵਜੋਂ ਦੇਣ ਤੋਂ ਬਾਅਦ ਫਿਰ ਦੂਸਰੀ ਭੇਟਾ ਦੇਣ ਦਾ ਵਾਅਦਾ ਵੀ ਇਸ ਦੁਰਗਾ ਦੇਵੀ ਦੇ ਨਾਲ ਕੀਤਾ। ਉਹ ਵਾਅਦਾ ਕੀ ਕੀਤਾ? ਆਖਦੇ ਨੇ ਕਿ ਸ਼ਸਤਰਨ ਸੋ ਹੱਥ ਹੋਏ ਵਿੱਚ ਬਾਦੇ, ਚਾਰੋਂ ਦੀਨੇ ਸਾਹਿਬ ਜਾਦੇ, ਲਾਖੋਂ ਸਿੰਘ ਧਰੇ ਔਰ ਕ੍ਰੋਧ, ਹੋਏ ਤੁਮ ਭੇਟ ਮਿਰਤਕ ਵਿੱਚ ਯੁੱਧ। ਦੇਵੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਹੋਰ ਭੇਟਾ ਦੇਣ ਦਾ ਵਾਅਦਾ ਕਰਦੇ ਹਨ। ਕਹਿੰਦੇ ਨੇ ਕਿ ਸ਼ਸਤਰਾਂ ਦੇ ਨਾਲ ਰਣ ਭੂਮੀ ਦੇ ਵਿੱਚ ਮੇਰੇ ਸਾਹਿਬਜ਼ਾਦੇ ਜਦੋਂ ਸ਼ਹੀਦ ਹੋਣਗੇ, ਮੈਂ ਆਪਣੇ ਪੁੱਤਰਾਂ ਦਾ ਲਹੂ ਵੀ ਤੁਹਾਨੂੰ ਭੇਟਾ ਵਜੋਂ ਅਰਪਣ ਕਰਦਾ ਹਾਂ। ਕੇਵਲ ਪੁੱਤਰਾਂ ਦਾ ਖੂਨ ਹੀ ਨਹੀਂ, ਬਲਕਿ ਲਾਖੋਂ ਸਿੰਘ ਧਰੇ ਔਰ ਕ੍ਰੋਧ, ਮੈਂ ਆਪਣੇ ਲੱਖਾਂ ਹੀ ਸ਼ਹੀਦ ਹੋਣ ਵਾਲੇ ਸਿੰਘਾਂ ਦਾ ਲਹੂ ਜਿਹੜਾ ਹੈ ਉਹ ਤੁਹਾਨੂੰ ਅਰਪਣ ਕਰਦਾ ਹਾਂ। ਆਪਣੇ ਤਨ ਦਾ ਲਹੂ ਮੈਂ ਹੁਣ ਦਿੱਤਾ ਹੈ, ਆਉਣ ਵਾਲੇ ਸਮੇਂ ਦੇ ਅੰਦਰ ਮੈਂ ਆਪਣੇ ਪੁੱਤਰਾਂ ਦਾ ਔਰ ਆਪਣੇ ਸਿੰਘਾਂ ਦਾ ਲਹੂ ਜਿਹੜਾ ਹੈ, ਹੇ ਦੇਵੀ ਮਾਤਾ, ਮੈਂ ਇਹ ਤੈਨੂੰ ਅਰਪਣ ਕਰਾਂਗਾ, ਮੈਂ ਇਹ ਤੇਰੀ ਭੇਟਾ ਵਜੋਂ ਤੈਨੂੰ ਦੇਵਾਂਗਾ। ਜਾਣੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਿੱਖਾਂ ਦੀ ਸ਼ਹੀਦੀ ਸਾਰੇ ਦੀ ਸਾਰੀ ਇਸ ਵਾਸਤੇ ਹੋਈ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦੁਰਗਾ ਦੇਵੀ ਦੇ ਨਾਲ ਵਾਅਦਾ ਕੀਤਾ ਸੀ ਦਰਸ਼ਨੀ ਭੇਟਾ ਦੇਣ ਵਾਸਤੇ, ਆਪਣੇ ਸਿੱਖਾਂ ਦਾ ਤੇ ਆਪਣੇ ਪੁੱਤਰਾਂ ਦਾ ਲਹੂ ਉਸ ਦੇਵੀ ਨੂੰ ਅਰਪਣ ਕਰਨਾ। ਸੰਤੋਖ ਸਿੰਘ ਕਹਿੰਦਾ ਕਿ ਇਮ ਬਰ ਦੇਤ ਲੇਤ ਨਿਜ ਭੇਟ, ਤਤ ਛਿਨ अपन प्रकाश समेट, अंतर ध्यान भई जगमाई, तब लंकुड़िए गिरा अलाई। गुरु गोबिंद सिंह जी ਨੂੰ ਵਰ ਦਿੱਤਾ ਦੇਵੀ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਭੇਟਾ ਲਈ, ਹੋਰ ਭੇਟਾ ਲੈਣ ਦਾ ਵਾਅਦਾ ਹੋਇਆ। ਫਿਰ ਇਹ ਦੇਵੀ ਜਿਹੜੀ ਸੀ ਉਥੋਂ ਆਲੋਪ ਹੋ ਗਈ। ਇਸ ਨੇ ਆਪਣਾ ਪ੍ਰਕਾਸ਼ ਜਿਹੜਾ ਸੀ ਉਸ ਨੂੰ ਸਮੇਟ ਲਿਆ। ਪਰ ਇਸ ਦੇ ਅਲੋਪ ਹੋਣ ਤੋਂ ਬਾਅਦ ਤਬ ਲੰਕੁੜੀਏ ਗਿਰਾ ਇਲਾਈ, ਲੰਕੁੜੀਆ ਇਸ ਦੇਵੀ ਦਾ ਇੱਕ ਚੌਰ ਬਰਦਾਰ। ਉਸਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਆਖਿਆ ਕਿ ਮਮ ਬਾਣਾ कशनीय लीजै, अपने सर्ब पंथ में दीजै, जंग समय को है ये बाना, जानते हुए है तेज महाना।
ਕਿ ਲੰਕੜੀਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦਾ ਹੈ ਕਿ ਆ ਕਸ਼ਹਿਰਾ, ਇਹ ਮੇਰਾ ਬਾਣਾ ਜਿਹੜਾ ਮੈਂ ਪਹਿਨਦਾ ਹਾਂ, ਇਹ ਤੁਸੀਂ ਲੈ ਲਓ, ਤੇ ਇਹ ਕਸ਼ਹਿਰੇ ਦਾ ਬਾਣਾ ਜਿਹੜਾ ਹੈ ਇਹ ਤੁਸੀਂ ਆਪਣੇ ਪੰਥ ਨੂੰ ਦੇਵੋ। ਤੇ ਜੰਗ ਸਮੇਂ ਕੋ ਹੈ ਇਹ ਬਾਣਾ, ਇਹ ਜੰਗੀ ਵਸਤਰ ਹੈ। ਤੁਹਾਡਾ ਖਾਲਸਾ ਜਿਹੜਾ ਹੈ, ਤੁਹਾਡਾ ਪੰਥ ਜਿਹੜਾ ਹੈ, ਜਦੋਂ ਜੰਗਾਂ ਯੁੱਧਾਂ ਦੇ ਵਿੱਚ ਹਿੱਸਾ ਲਵੇਗਾ, ਇਹ ਜੰਗੀ ਬਾਣਾ ਪਹਿਨ ਕੇ ਉਹ ਜੰਗਾਂ ਯੁੱਧਾਂ ਦੇ ਵਿੱਚ ਹਿੱਸਾ ਲਵੇ ਤਾਂ ਪੰਥ ਤੁਮਾਰੇ ਬਲ ਬਿਰਦਾਊ, ਯੁੱਧ ਸਹਾਏ ਹੇਤ ਮੈਂ ਆਊਂ। ਜੇ ਤੁਹਾਡਾ ਪੰਥ ਇਸ ਜੰਗੀ ਬਾਣੇ ਨੂੰ ਪਹਿਨ ਕੇ ਜੰਗਾਂ ਯੁੱਧਾਂ ਦੇ ਵਿੱਚ ਹਿੱਸਾ ਲਵੇਗਾ ਤਾਂ ਮੈਂ ਆਪ ਤੁਹਾਡੇ ਪੰਥ ਦੀ ਸਹਾਇਤਾ ਕਰਨ ਵਾਸਤੇ ਉਹਨਾਂ ਜੰਗਾਂ ਯੁੱਧਾਂ ਦੇ ਵਿੱਚ ਸ਼ਾਮਲ ਹੋਵਾਂਗਾ। ਇਮ ਕਹਿ ਲੋਭ ਭਇਓ ਤਤਕਾਲਾ, ਕਰਦ ਹਾਥ ਧਰ ਥਿਰੇ ਕਿਰਪਾਲਾ। ਇਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਉਹ ਲੰਕੜੀਆ ਜਿਹੜਾ ਹੈ ਉਹ ਵੀ ਉੱਥੋਂ ਅਲੋਪ ਹੋ ਗਿਆ। ਇਹ ਹੈ ਦੇਵੀ ਨੂੰ ਪ੍ਰਗਟ ਕਰਨ ਦੀ ਕਹਾਣੀ, ਸਿੱਖਾਂ ਦੇ ਆਖੇ ਜਾਂਦੇ ਚੂੜਾਮਣੀ ਰਾਜ ਕਵੀ ਸੰਤੋਖ ਸਿੰਘ ਦੀ ਜ਼ੁਬਾਨੀ। ਹੁਣ ਸੋਚਣਾ ਸਾਨੂੰ ਆਪ ਪਵੇਗਾ ਕਿ ਕੀ ਅਸੀਂ ਇਸ ਨੂੰ ਆਪਣਾ ਇਤਿਹਾਸਕ ਸਰੋਤ ਮੰਨ ਸਕਦੇ ਹਾਂ ਜਾਂ ਨਹੀਂ। ਕੀ ਇਹ ਸੰਤੋਖ ਸਿੰਘ ਦੀਆਂ ਲਿਖੀਆਂ ਹੋਈਆਂ ਇਹੋ ਜਿਹੀਆਂ ਲਿਖਤਾਂ ਇਸ ਯੋਗ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮੰਜੀ ਸਾਹਿਬ ਦੇ ਉੱਤੇ ਇਹਨਾਂ ਲਿਖਤਾਂ ਦਾ ਪ੍ਰਕਾਸ਼ ਕੀਤਾ ਜਾਏ, ਇਹਨਾਂ ਲਿਖਤਾਂ ਦੇ ਉੱਤੇ ਰੁਮਾਲੇ ਪਾਏ ਜਾਵਣ, ਇਹਨਾਂ ਲਿਖਤਾਂ ਦੀ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕਥਾ ਕੀਤੀ ਜਾਏ, ਇਹ ਆਖ ਕੇ ਕਿ ਇਹ ਸਾਡੇ ਇਤਿਹਾਸਕ ਸਰੋਤ ਨੇ। ਇਹਨਾਂ ਤੋਂ ਬਗੈਰ ਸਾਨੂੰ ਸਾਡੇ ਇਤਿਹਾਸ ਦਾ ਪਤਾ ਨਹੀਂ ਲੱਗੇਗਾ ਕਿ ਇਸ ਇਤਿਹਾਸਕ ਸਰੋਤ ਦੇ ਅੰਦਰ ਸਾਡੇ ਗੁਰੂ ਸਾਹਿਬਾਨਾਂ ਦੀ ਵਡਿਆਈ ਕੀਤੀ ਗਈ ਹੈ ਜਾਂ ਸਾਡੇ ਗੁਰੂ ਸਾਹਿਬਾਨਾਂ ਦੀ ਨਿੰਦਿਆ ਕੀਤੀ ਗਈ ਹੈ। ਮੈਂ ਸ਼ੁਰੂ ਵਿੱਚ ਵੀ ਆਖਿਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਨੇਊ ਪਹਿਨਣ ਤੋਂ ਇਨਕਾਰ ਕਰਨ ਦੀ ਘਟਨਾ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਖਾਲਸਾ ਸਾਜਣ ਦੀ ਘਟਨਾ, ਇਹ ਦੋਨੋਂ ਘਟਨਾਵਾਂ ਸਾਡੇ ਇਤਿਹਾਸ ਦੀਆਂ ਉਹ ਘਟਨਾਵਾਂ ਹਨ ਜਿਹੜੀਆਂ ਸਾਡੇ ਨਿਆਰੇਪਣ ਨੂੰ ਸਾਬਤ ਕਰਦੀਆਂ ਹਨ। ਪਰ ਦੋਨਾਂ ਹੀ ਘਟਨਾਵਾਂ ਨੂੰ ਸੰਤੋਖ ਸਿੰਘ ਨੇ ਬਹੁਤ ਜ਼ਿਆਦਾ ਵਿਗਾੜ ਕੇ ਪੇਸ਼ ਕੀਤਾ ਹੈ। ਦੁਨੀਆ ਦੇ ਸਾਹਮਣੇ ਜਦੋਂ ਅਸੀਂ ਇਹਨਾਂ ਗ੍ਰੰਥਾਂ ਨੂੰ ਆਪਣੇ ਇਤਿਹਾਸਕ ਸਰੋਤ ਵਜੋਂ ਪੇਸ਼ ਕਰਾਂਗੇ ਤੇ ਦੁਨੀਆ ਦੇ ਲੋਕ ਕਦੇ ਵੀ ਸਾਡੀ ਵੱਖਰੀ ਹੋਂਦ ਨੂੰ, ਵੱਖਰੀ ਹਸਤੀ ਨੂੰ ਸਵੀਕਾਰ ਨਹੀਂ ਕਰਨਗੇ, ਬਲਕਿ ਇਹਨਾਂ ਗ੍ਰੰਥਾਂ ਤੋਂ, ਇਹਨਾਂ ਇਤਿਹਾਸਕ ਸਰੋਤਾਂ ਤੋਂ ਇਹੀ ਪ੍ਰਭਾਵ ਪੈਂਦਾ ਹੈ ਕਿ ਸਿੱਖ ਕੌਮ ਹਿੰਦੂ ਕੌਮ ਦੀ ਹੀ ਇੱਕ ਸ਼ਾਖਾ ਹੈ, ਇੱਕ ਟਹਿਣੀ ਹੈ, ਬਲਕਿ ਇਹ ਹਿੰਦੂ ਕੌਮ ਦੀ ਰਾਖੀ ਵਾਸਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹਨਾਂ ਨੂੰ ਸਾਜਿਆ ਹੈ। ਇਸ ਤੋਂ ਅਗਾਂਹ ਜਿਸ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ, ਪੰਜ ਪਿਆਰੇ ਸਾਜੇ, ਉਹ ਸਾਰੀ ਪ੍ਰਕਿਰਿਆ ਨੂੰ, ਸਾਰੀ ਘਟਨਾ ਨੂੰ ਕਿਸ ਤਰੀਕੇ ਦੇ ਨਾਲ ਵਿਗਾੜ ਕੇ ਸੰਤੋਖ ਸਿੰਘ ਨੇ ਲਿਖਿਆ ਹੈ, ਉਹ ਮੈਂ ਅਗਲੀ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।